ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਖਬਰ ਪੜਤਾਲ। ਮਨਪ੍ਰੀਤ ਰੰਧਾਵਾ ਜੀ ਸੀਨੀਅਰ ਪੱਤਰਕਾਰ ਸਾਡੇ ਨਾਲ ਮੌਜੂਦ ਨੇ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਮਨਪ੍ਰੀਤ ਜੀ, ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਭਗਵੰਤ ਮਾਨ ਉਹਨਾਂ ਨੂੰ ਲੈ ਕੇ। ਕਹਿੰਦੇ ਭਗਵੰਤ ਮਾਨ ਨੂੰ ਇੱਕ ਨਵਾਂ ਖਤਰਾ ਹੈ, ਸੂਚਨਾਵਾਂ ਲੀਕ ਹੋ ਰਹੀਆਂ ਨੇ, ਅਫਸਰ ਅੰਦਰੂਨੀ ਗੱਲਾਂ ਲੀਕ ਕਰ ਰਹੇ ਨੇ ਭਗਵੰਤ ਮਾਨ ਨਾਲ ਜੁੜੀਆਂ ਤੇ ਸਰਕਾਰ ਨਾਲ ਜੁੜੀਆਂ। ਇਹਦੇ ਤੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਜਿਹੜੀਆਂ ਲੀਕ ਹੋ ਰਹੀਆਂ ਨੇ ਤੇ ਇਹ ਅਫਸਰਾਂ ਦਾ ਭਗਵੰਤ ਮਾਨ ਨੂੰ ਕਿਵੇਂ ਪਤਾ ਲੱਗੇਗਾ। ਦੂਸਰਾ ਇੱਕ ਬਹੁਤ ਵੱਡਾ ਮਾਮਲਾ ਹੈ ਕਿ ਬੀਜੇਪੀ ਨੇ ਅਮਿਤ ਸ਼ਾਹ ਕੋਲੇ ਪੰਜਾਬ ਦੇ ਡੀਜੀਪੀ ਬਾਰੇ ਚਿੱਠੀ ਲਿਖ ਕੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਨਾਲ ਦਿੱਲੀ ਦੇ ਲੀਡਰਾਂ ਤੇ ਕੇਸ ਦਰਜ ਹੋਏ ਨੇ, ਬੀਜੇਪੀ ਨੂੰ ਵੀ ਉਸ ਗੱਲ ਦਾ ਇਤਰਾਜ਼ ਹੈ ਔਰ ਪੰਜਾਬ ਦੇ ਕਿਸਾਨ ਨਾਰਾਜ਼ ਨੇ। ਆਮ ਆਦਮੀ ਪਾਰਟੀ ਨੇ ਨਵੀਂ ਬਦਨਾਮੀ ਖੱਟੀ ਹੈ। ਕਿਸਾਨਾਂ ਨੂੰ, ਸਹਿਕਾਰੀ ਸਭਾਵਾਂ ਦੇ ਜਿਹੜੇ ਕਿਸਾਨ ਨੇ, ਖੇਤੀ ਵਿਕਾਸ ਬੈਂਕਾਂ ਨਾਲ ਜੁੜੇ, ਉਹਨਾਂ ਨੇ ਨੋਟਿਸ ਦਿੱਤੇ ਨੇ ਕਿਸਾਨਾਂ ਨੂੰ। ਕਿਸਾਨ ਸਾਡੇ ਡਿਫਾਲਟਰ ਬਣ ਗਏ ਸਰਕਾਰਾਂ ਦੇ ਲਾਰਿਆਂ ਕਰਕੇ ਤੇ ਕਹਿੰਦੇ ਕਈਆਂ ਦੇ ਤਾਂ ਵਾਰੰਟ ਤਿਆਰ ਹੋਏ ਪਏ ਨੇ। ਕਿਸਾਨਾਂ 'ਚ ਵੱਡੀ ਨਾਰਾਜ਼ਗੀ ਹੈ। ਹਰਪਾਲ ਚੀਮਾ ਦਾ ਬਿਆਨ ਆਇਆ ਕਿਸਾਨਾਂ ਦੀ ਗ੍ਰਿਫਤਾਰੀ ਨਹੀਂ ਹੋਏਗੀ। ਪਰ ਆਮ ਆਦਮੀ ਪਾਰਟੀ ਇਹਨਾਂ ਸਾਰੇ ਵਿਸ਼ਿਆਂ ਤੇ ਆਪਣੀ ਪਕੜ ਕਿਉਂ ਨਹੀਂ ਬਣਾ ਪਾ ਰਹੀ, ਇਹ ਵੀ ਸਵਾਲ ਬਹੁਤ ਵੱਡਾ ਹੈ। ਕਿਸਾਨਾਂ ਨੇ ਅੰਦੋਲਨ ਦੀਆਂ ਧਮਕੀਆਂ ਦੇ ਦਿੱਤੀਆਂ ਨੇ ਤੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਗਵਰਨਰ ਕੋਲੇ ਜਾਂਦੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਕਈ ਕਮੀਆਂ ਉਜਾਗਰ ਕਰਦੇ ਨੇ, ਵੱਡੇ ਸਵਾਲ ਖੜੇ ਕਰਦੇ ਨੇ ਔਰ ਮੌਜੂਦਾ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ ਦੇ, ਭਾਵੇਂ ਉਹ ਐਮਐਲਏ ਵੀ ਨਹੀਂ ਹੈ, ਵਿਰੋਧੀ ਧਿਰ ਦੇ ਇੱਕ ਵੱਡੇ ਲੀਡਰ ਦੀ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ। ਜਿੱਥੇ ਉਹ ਪੰਜਾਬ ਦੇ ਮੁੱਦੇ ਹੱਥ ਤੇ ਚੱਕ ਕੇ ਗਵਰਨਰ ਕੋਲ ਗਏ ਕਿ ਉਹਨਾਂ ਦੀਆਂ ਕਈ ਗੱਲਾਂ ਦੇ ਵਿੱਚ ਕਾਫੀ ਵਜ਼ਨ ਸੀ ਤੇ ਪੰਜਾਬ ਦੇ ਲੋਕ ਉਹਨਾਂ ਦੀਆਂ ਗਤੀਵਿਧੀਆਂ ਤੇ ਖੂਬ ਚਰਚਾ ਕਰ ਰਹੇ ਨੇ। ਔਰ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਚੁੱਪ ਕਿਉਂ ਨੇ? ਅਰਵਿੰਦ ਕੇਜਰੀਵਾਲ ਕਰਨਾਟਕਾ ਚਲੇ ਗਏ, ਪੰਜਾਬ ਮਾਡਲ ਦੀ ਵੀ ਮਸ਼ਹੂਰੀ ਕਰਕੇ ਆਏ ਦਿੱਲੀ ਦੇ ਨਾਲ ਨਾਲ, ਪਰ ਪੰਜਾਬ 'ਚ ਮੁਫਤ ਬਿਜਲੀ ਦੀ ਯੋਜਨਾ ਤੋਂ ਲੋਕ ਨਾ ਖੁਸ਼। ਕਰਨਾਟਕਾ 'ਚ ਹੁਣ ਮਸ਼ਹੂਰੀ ਪੰਜਾਬ ਮਾਡਲ ਦੀ, ਕਰਪਸ਼ਨ ਖਤਮ ਹੋਣ ਦੀ, ਤੇ ਪੰਜਾਬ 'ਚ ਜਿਹੜੇ ਅਫਸਰ ਨੇ ਕਿਤੇ ਨਾ ਕਿਤੇ ਉਹ ਘੁਟਨ ਮਹਿਸੂਸ ਕਰ ਰਹੇ ਨੇ। ਵਿਸਥਾਰ 'ਚ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਪ੍ਰਤਾਪ ਬਾਜਵਾ ਕਹਿੰਦੇ ਸਾਨੂੰ ਅਫਸਰਾਂ ਕੋਲੋਂ ਜਾਣਕਾਰੀ ਮਿਲ ਜਾਂਦੀ ਹੈ, ਸਰਕਾਰ ਦਿੱਲੀੋਂ ਚੱਲ ਰਹੀ ਹੈ। ਅਫਸਰ ਹੀ ਦੱਸ ਦਿੰਦੇ ਨੇ ਕਿ ਫੈਸਲੇ ਦਿੱਲੀ ਤੋਂ ਹੁੰਦੇ ਨੇ। ਇਹ ਚਰਚਾਵਾਂ ਬੜੀਆਂ ਨੇ ਮਨਪ੍ਰੀਤ ਰੰਧਾਵਾ ਜੀ ਕਿ ਮੰਤਰੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਕੁਝ ਲੋਕ ਅਣਐਲਾਨੇ ਤੌਰ ਤੇ, ਗੁਪਤ ਤੌਰ ਤੇ ਤੈਨਾਤ ਕਰ ਦਿੱਤੇ ਗਏ ਨੇ। ਕੋਈ ਹੋਟਲਾਂ 'ਚ ਠਹਿਰਿਆ, ਕੋਈ ਕਿਤੇ ਰਹਿ ਰਿਹਾ ਤੇ ਫੈਸਲੇ ਮਿਲ ਜੁਲ ਕੇ ਆਮ ਆਦਮੀ ਪਾਰਟੀ ਦੀ ਦਿੱਲੀ ਇਕਾਈ ਵੱਲੋਂ ਲਏ ਜਾ ਰਹੇ ਨੇ ਤੇ ਭਗਵੰਤ ਮਾਨ ਦੀ ਕਹਿੰਦੇ ਭੂਮਿਕਾ ਘੱਟ ਹੈ। ਇਸੇ ਕਰਕੇ ਭਗਵੰਤ ਮਾਨ ਕਹਿੰਦੇ ਤਣਾਅ ਦੇ ਵਿੱਚ ਵੀ ਹੈ। ਇਹ ਚਰਚਾਵਾਂ ਨੇ, ਇਹ ਵਿਰੋਧੀ ਲੀਡਰ ਇਸ ਤਰ੍ਹਾਂ ਦੀਆਂ ਚਰਚਾਵਾਂ ਕਰਦੇ ਨੇ। ਭਗਵੰਤ ਮਾਨ ਸਾਹਿਬ ਇਹਦਾ ਖੰਡਨ ਵੀ ਕਰ ਸਕਦੇ ਨੇ। ਅਸੀਂ ਨਿਸ਼ਚਿਤ ਤੌਰ ਤੇ ਭਗਵੰਤ ਮਾਨ ਦੇ ਵੈਲ ਵਿਸ਼ਰ ਆ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ। ਔਰ ਪ੍ਰਤਾਪ ਬਾਜਵਾ ਨੇ ਇੱਥੋਂ ਤੱਕ ਕਿਹਾ ਕਿ ਭਗਵੰਤ ਮਾਨ ਨੇ ਸਹੁੰ ਤੋੜਤੀ, ਭੇਦ ਗੁਪਤ ਰੱਖਣ ਦੀ ਸਹੁੰ ਹੁੰਦੀ ਹੈ। ਕਹਿੰਦੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੂੰ ਬੁਲਾ ਸਕਦੇ ਨੇ ਕਿਉਂਕਿ ਉਹ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਤੇ ਮੰਤਰੀਆਂ ਨੂੰ ਬੁਲਾ ਸਕਦੇ ਨੇ, ਅਫਸਰਾਂ ਨੂੰ ਸਿੱਧੇ ਨਹੀਂ ਬੁਲਾ ਸਕਦੇ ਕਿਉਂਕਿ ਅਫਸਰ ਸਾਰਾ ਭੇਦ ਦੱਸ ਰਹੇ ਨੇ। ਇਹ ਨਵੀਂ ਤਰ੍ਹਾਂ ਦਾ ਇੱਕ ਪੋਲੀਟੀਕਲ ਮਾਹੌਲ ਪੰਜਾਬ 'ਚ ਬਣਿਆ। ਕੀ ਕਹਿਣਾ ਚਾਹੋਗੇ? ਇਹਦਾ ਦਰੁਸਤੀਕਰਨ ਕਿਵੇਂ ਹੋਵੇ ਤੇ ਜੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਗਲਤ ਨੇ ਤੇ ਆਮ ਆਦਮੀ ਪਾਰਟੀ ਸਪਸ਼ਟੀਕਰਨ ਵੀ ਦੱਸ ਸਕਦੀ ਹੈ। ਦੇਖੋ ਡੱਲਾ ਜੀ, ਇਸ ਚੀਜ਼ ਦੀ ਜਿਹੜੀ ਪਿਰਤ ਉਸੇ ਦਿਨ ਪਾਤੀ ਗਈ ਸੀ ਜਾਂ ਉਸੇ ਦਿਨ ਇਸ ਗੱਲ ਦੀ ਸ਼ੁਰੂਆਤ ਹੋ ਗਈ ਸੀ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਚੀਫ ਸੈਕਟਰੀ, ਪਾਵਰ ਸੈਕਟਰੀ, PSPCL ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਬੁਲਾ ਕੇ ਉੱਥੇ ਬੈਠਕ ਕੀਤੀ ਸੀ। ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ, ਔਰ ਇਸੇ ਤਰ੍ਹਾਂ ਹਰਭਜਨ ਸਿੰਘ ਜਿਹੜੇ ਪਾਵਰ ਮਿਨਿਸਟਰ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ। ਉਸੇ ਦਿਨ ਤੋਂ ਇਹ ਕਨਸੋਆਂ ਤੇ ਚਰਚਾਵਾਂ ਛਿੜ ਗਈਆਂ ਸੀ ਕਿ ਇਹ ਕਿਸ ਤਰ੍ਹਾਂ ਦੀ ਇੱਕ ਨਵਾਂ ਪ੍ਰੈਸੀਡੈਂਟ ਸੈੱਟ ਕੀਤਾ ਜਾ ਰਿਹਾ। ਜਿਹੜੇ ਪ੍ਰਤਾਪ ਸਿੰਘ ਬਾਜਵਾ ਗੱਲ ਕਰ ਰਹੇ ਨੇ ਉਹ ਬਿਲਕੁਲ ਠੀਕ ਕਰ ਰਹੇ ਨੇ।
ਜਿਹੜੀ ਉਹ ਗੱਲ ਕਰ ਰਹੇ ਨੇ ਕਿ ਆਫੀਸ਼ੀਅਲ ਸੀਕ੍ਰੇਟਸ ਐਕਟ ਹੁੰਦਾ। ਦੇਖੋ ਇਹ ਸਾਰੇ ਸਹੁੰ ਚੁੱਕਦੇ ਨੇ, ਮੰਤਰੀ ਵੀ ਸਹੁੰ ਚੁੱਕਦੇ ਨੇ ਤੇ ਅਫਸਰ ਹੁੰਦੇ ਨੇ, ਉਹ ਵੀ ਉਸ ਜਿਹੜੇ ਆਫੀਸ਼ੀਅਲ ਸੀਕ੍ਰੇਟਸ ਐਕਟ ਦੇ ਉਸ ਨਾਲ ਬੰਨੇ ਹੁੰਦੇ ਨੇ। ਹਰ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਸਰਕਾਰਾਂ ਦੀ, ਉਹ ਬਹੁਤ ਜ਼ਿਆਦਾ ਮਹਿਫੂਜ਼ ਕੀਤੀ ਜਾਂਦੀ ਹੈ। ਜਿਹੜੀ ਪਬਲਿਕ ਨੂੰ ਇਨਫੋਰਮੇਸ਼ਨ ਦੇਣੀ ਹੈ ਅਫਕੋਰਸ ਉਹ ਦਿੱਤੀ ਜਾਂਦੀ ਹੈ, ਲੇਕਿਨ ਨਾਲ ਦੀ ਨਾਲ ਤੁਸੀਂ ਇਸ ਤਰ੍ਹਾਂ ਦੇ ਮੁੱਖ ਮੰਤਰੀ ਦੇ ਕੋਲੇ ਜਾ ਕੇ ਜਦੋਂ ਬੈਠਕਾਂ ਕਰੋਗੇ ਤਾਂ ਫਿਰ ਇਸ ਤਰ੍ਹਾਂ ਦੇ ਸਵਾਲ ਖੜੇ ਹੋਣਗੇ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਡੱਲਾ ਜੀ, ਕਿ ਅੰਦਰੋਂ ਜਿਹੜੀ ਇਨਫੋਰਮੇਸ਼ਨ ਲੀਕ ਹੋ ਰਹੀ ਆ, ਔਰ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੈ। ਬਹੁਤ ਸਾਰੀ ਜਿਹੜੀ ਬਿਊਰੋਕ੍ਰੇਸੀ ਹੈ, ਸੀਨੀਅਰ ਅਫਸਰ ਆ, ਤੁਸੀਂ ਵੀ ਬਹੁਤ ਸਾਰੇ ਅਫਸਰਾਂ ਨੂੰ ਜਾਣਦੇ ਹੋ, ਬੜੀ ਦੇਰ ਤੋਂ ਤੁਸੀਂ ਜਰਨਲਿਜ਼ਮ ਕਰ ਰਹੇ ਹੋ, ਪੱਤਰਕਾਰਿਤਾ ਕਰ ਰਹੇ ਹੋ, ਕਿ ਇਸ ਟਾਈਮ ਜਿਹੜੇ ਅਫਸਰ ਨੇ ਬਿਊਰੋਕ੍ਰੇਸੀ ਜਿਨ੍ਹਾਂ ਨੂੰ ਸੇਧ ਦੇਣੀ ਹੁੰਦੀ ਆ, ਜਿਨ੍ਹਾਂ ਨੂੰ ਪੋਲੀਟੀਕਲ ਕਲਾਸ ਨੇ ਜਾਂ ਪੋਲੀਟੀਸ਼ੀਅਨਸ ਨੇ ਚਲਾਉਣਾ ਹੁੰਦਾ, ਉਹਨਾਂ ਨੂੰ ਦੱਸਣਾ ਹੁੰਦਾ, ਗਾਈਡ ਕਰਨਾ ਹੁੰਦਾ, ਬਾਕੀ ਪਾਲਿਸੀਜ਼ ਤਾਂ ਉਹ ਬਣਾ ਹੀ ਲੈਂਦੇ ਆ, ਇੰਨੇ ਤਾਂ ਉਹ ਪੜ੍ਹੇ ਲਿਖੇ ਹੁੰਦੇ ਆ, ਚਾਹੇ ਯੂਪੀਐਸਸੀ ਤੋਂ ਆਉਂਦੇ ਆ, ਚਾਹੇ ਪੀਪੀਐਸਸੀ ਤੋਂ ਆਉਂਦੇ ਆ, ਚਾਹੇ ਉਹ ਸਰਵਿਸ ਸਿਲੈਕਸ਼ਨ ਬੋਰਡ ਤੋਂ ਆਉਂਦੇ ਆ, ਵੱਖਰੇ ਵੱਖਰੇ ਬੋਰਡਸ ਤੋਂ ਆਉਂਦੇ ਆ, ਉਹ ਤਾਂ ਉਹ ਕਰ ਲੈਂਦੇ ਨੇ। ਲੇਕਿਨ ਉਹਨਾਂ ਨੂੰ ਸੇਧ ਦੇਣੀ ਹੁੰਦੀ ਹੈ, ਉਹਨਾਂ ਨੂੰ ਗਾਈਡ ਕਰਨਾ ਹੁੰਦਾ। ਔਰ ਗਾਈਡ ਤੁਸੀਂ ਕਦੋਂ ਕਰ ਸਕਦੇ ਹੋ? ਜਦੋਂ ਤੁਹਾਨੂੰ ਖੁਦ ਤਜਰਬਾ ਹੋਊਗਾ, ਜਦੋਂ ਤੁਹਾਨੂੰ ਖੁਦ ਐਕਸਪੀਰੀਅੰਸ ਹੋਊਗਾ, ਜਦੋਂ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੇ ਮੁੱਦੇ ਕਿੱਥੇ ਖੜੇ ਨੇ, ਕੀ ਉਹਨਾਂ ਦਾ ਸਟੇਟਸ ਆ, ਕਿੰਨੇ ਕੁ ਹਜੇ ਉਹਨਾਂ ਦੇ ਵਿੱਚ ਜਿਹੜੇ ਮਾਮਲੇ ਨੇ ਉਹ ਕੋਰਟਾਂ ਦੇ ਵਿੱਚ ਹੈ, ਜਾਂ ਕਿੰਨੇ ਕੁ ਮਾਮਲੇ ਤੇ ਤੁਸੀਂ ਡਿਸੀਜਨ ਲੈ ਕੇ ਕੋਈ ਨੋਟੀਫਿਕੇਸ਼ਨ ਕਰਨੀ ਹੈ, ਕਿੰਨੇ ਕੁ ਮਾਮਲੇ ਤੁਹਾਨੂੰ ਵਿਧਾਨ ਸਭਾ 'ਚ ਲੈ ਕੇ ਜਾਣੇ ਪੈਣੇ ਆ। ਇਹ ਸਾਰੀਆਂ ਨੋਟਿੰਗਸ ਤੁਸੀਂ ਅਫਸਰਾਂ ਤੋਂ ਲੈਣੀਆਂ ਹੁੰਦੀਆਂ। ਪਰ ਪਤਾ ਡੱਲਾ ਜੀ ਇਹ ਲੱਗਾ, ਔਰ ਜਿਸ ਤਰ੍ਹਾਂ ਤੁਹਾਡੀ ਵੀ ਜਾਣਕਾਰੀ ਆ, ਇਹ ਸਾਰੇ ਚਾਹੇ ਉਹ ਮੁੱਖ ਮੰਤਰੀ ਹੋਣ ਤੇ ਚਾਹੇ ਮੰਤਰੀ ਹੋਣ, ਜਿਸ ਤਰ੍ਹਾਂ ਦੀਆਂ ਇੱਕ ਮੈਰਾਥਨ ਮੀਟਿੰਗਸ ਹੋਣੀਆਂ ਚਾਹੀਦੀਆਂ ਅਫਸਰਾਂ ਨਾਲ ਸਮਝਣ ਦੀਆਂ। ਸਮਝਣਾ ਇਸ ਕਰਕੇ ਜ਼ਰੂਰੀ ਹੈ ਕਿ ਸਾਰੇ ਦੇ ਸਾਰੇ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਨਵੇਂ ਨੇ, ਇਨਐਕਸਪੀਰੀਅੰਸ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਤਜਰਬੇ ਦੀ ਘਾਟ ਆ। ਇਹ ਗੱਲ ਠੀਕ ਆ ਕਿ ਹੌਲੀ ਹੌਲੀ ਤਜਰਬਾ ਸਾਰੇ ਨੂੰ ਆਉਂਦਾ, ਕਿਉਂਕਿ ਕੋਈ ਵੀ ਸਿੱਖ ਕੇ ਨਹੀਂ ਆਉਂਦਾ। ਪਹਿਲੀ ਵਾਰੀ ਤਾਂ ਕੋਈ ਐਮਐਲਏ ਹਰ ਕੋਈ ਬਣਦਾ, ਪਹਿਲੀ ਵਾਰੀ ਮੰਤਰੀ ਵੀ ਹਰ ਕੋਈ ਬਣਦਾ, ਲੇਕਿਨ ਸਮੇਂ ਦੇ ਨਾਲ ਸਿੱਖ ਜਾਂਦਾ। ਪਰ ਨਾਲ ਦੀ ਨਾਲ ਇਹ ਗੱਲ ਜ਼ਰੂਰੀ ਹੈ ਕਿ ਉਸ ਲਈ ਟਾਈਮ ਡਿਵੋਟ ਕਰਨਾ, ਉਸ ਲਈ ਟਾਈਮ ਕੱਢਣਾ ਦੇਣਾ ਬਹੁਤ ਲਾਜ਼ਮੀ ਆ। ਔਰ ਜਦੋਂ ਭਗਵੰਤ ਮਾਨ ਖੁਦ ਇਹਨਾਂ ਚੀਜ਼ਾਂ ਨੂੰ ਡਿਫੈਂਡ ਕਰਨ ਲੱਗ ਜਾਣਗੇ ਕਿ ਮੈਂ ਤਾਂ ਅਫਸਰੇ ਬਾਹਰ ਭੇਜੂੰਗਾ ਉਹਨਾਂ ਨੂੰ, ਮੈਂ ਉਹਨਾਂ ਨੂੰ ਜਿੱਥੇ ਮਰਜ਼ੀ ਭੇਜਾਂ, ਚਾਹੇ ਆਂਧਰਾ ਪ੍ਰਦੇਸ਼ ਭੇਜਾਂ, ਚਾਹੇ ਗੁਜਰਾਤ ਭੇਜਾਂ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਮੈਂ ਫੇਰ ਉਹਨਾਂ ਨੂੰ ਦੁਬਾਰਾ ਦਿੱਲੀ ਭੇਜੂੰਗਾ, ਮੈਂ ਇਜ਼ਰਾਈਲ ਭੇਜੂੰਗਾ। ਏਦਾਂ ਜਦੋਂ ਆਪਣੇ ਅਫਸਰਾਂ ਨੂੰ ਉਹਨਾਂ ਦੇ ਖੁੱਲ ਕੇ ਡਿਫੈਂਡ ਕਰਦੇ ਇਸ ਡਿਸੀਜਨ ਨੂੰ, ਫਿਰ ਕਿਤੇ ਨਾ ਕਿਤੇ ਲੱਗਦਾ, ਔਰ ਤੁਹਾਡੀ ਗੱਲ ਬਿਲਕੁਲ ਠੀਕ ਆ, ਕਿ ਉਹ ਦਿੱਲੀੋਂ ਚਲਾਏ ਜਾ ਰਹੇ ਆ। ਔਰ ਇਹ ਗੱਲ ਜਿਹੜੀ ਲਗਾਤਾਰ ਉਹਨਾਂ ਦੇ ਚਿਹਰੇ ਤੋਂ, ਉਹਨਾਂ ਦੇ ਹਾਵ ਭਾਵ ਤੋਂ, ਉਹਨਾਂ ਦੀ ਬਾਡੀ ਲੈਂਗੁਏਜ ਤੋਂ ਦਿਖਾਈ ਵੀ ਦਿੰਦੀ ਆ। ਆਪਣੇ ਆਪ 'ਚ ਜਿਹੜੇ ਭਗਵੰਤ ਮਾਨ ਜਿਨ੍ਹਾਂ ਨੂੰ ਅਸੀਂ ਦੇਖਣ ਦੇ ਆਦੀ ਆ, ਜਿਸ ਤਰ੍ਹਾਂ ਅਸੀਂ ਯੂਜ਼ਡ ਟੂ ਆ, ਜਿਹੜੇ ਸਾਨੂੰ ਚੋਣਾਂ ਦੇ ਵਿੱਚ ਦਿਖਾਈ ਦਿੰਦੇ ਸੀ, ਜਿਸ ਤਰ੍ਹਾਂ ਦੀਆਂ ਸਹਿਜ ਉਹ ਗੱਲਾਂ ਕਰਦੇ ਸੀ, ਆਮ ਲੋਕਾਂ ਦੇ ਸਹਿਜਤਾ ਨਾਲ ਮਿਲਦੇ ਸੀ, ਬੜੇ ਉਹਨਾਂ ਖੁਸ਼ਨੁਮਾ ਦੇ ਸੁਭਾਅ, ਬੜੇ ਖੁਸ਼ਨੁਮਾ ਮਾਹੌਲ ਦੇ ਵਿੱਚ ਭਗਵੰਤ ਮਾਨ ਨੂੰ ਅਸੀਂ ਦੇਖਦੇ ਰਹੇ ਹਾਂ। ਔਰ ਅਗਰ ਉਸੇ ਤਰ੍ਹਾਂ ਉਹ ਹੁਣ ਨਜ਼ਰ ਆਉਂਦੇ ਤੇ ਇਹ ਅਸੀਂ ਮਹਿਸੂਸ ਕਰਦੇ ਕਿ ਭਗਵੰਤ ਮਾਨ ਬਿਲਕੁਲ ਚੰਗੇ ਤਰੀਕੇ ਨਾਲ ਕੰਮ ਕਰ ਪਾ ਰਹੇ ਨੇ, ਕਿਉਂਕਿ ਖੁਸ਼ੀ ਉਹਨਾਂ ਦੇ ਚਿਹਰੇ ਤੋਂ ਗਾਇਬ ਹੋ ਗਈ, ਤਣਾਅ ਉਹਨਾਂ ਦੇ ਚਿਹਰੇ ਤੇ ਆ ਗਿਆ। ਕਈ ਤਰ੍ਹਾਂ ਦੇ ਵਿਰੋਧੀਆਂ ਨੇ ਇਲਜ਼ਾਮ ਲਾਏ ਨੇ, ਮੈਂ ਕਦੀ ਵੀ ਉਹਨਾਂ ਇਲਜ਼ਾਮਾਂ ਨੂੰ ਸੱਚ ਨਹੀਂ ਮੰਨਿਆ, ਕਿਉਂਕਿ ਮੈਨੂੰ ਲੱਗਦਾ ਕਿ ਭਗਵੰਤ ਮਾਨ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ, ਉਹਨਾਂ ਦੇ ਜਜ਼ਬਾਤ ਪੰਜਾਬ ਦੇ ਲਈ ਕੁਝ ਕਰ ਗੁਜ਼ਰਨ ਦੇ ਨੇ। ਪਰ ਅਗਰ ਜ਼ਿਆਦਾਤਰ ਫੈਸਲੇ ਬਾਹਰੋਂ ਹੋ ਰਹੇ ਨੇ, ਠੀਕ ਹੈ, ਪਾਰਟੀਆਂ ਦਾ ਦਖਲ ਹੋਣਾ ਚਾਹੀਦਾ। ਨਵਜੋਤ ਸਿੰਘ ਸਿੱਧੂ ਦਾ ਵੀ ਟਕਰਾਅ ਇਹੀ ਸੀ ਕੈਪਟਨ ਅਮਰਿੰਦਰ ਵੇਲੇ, ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ, ਜਾਂ ਚਰਨਜੀਤ ਚੰਨੀ ਵੇਲੇ, ਕਿ ਪਾਰਟੀ ਦੀ ਗੱਲ ਸਰਕਾਰ ਨਹੀਂ ਮੰਨਦੀ। ਉੱਥੇ ਵਿਸ਼ਾ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦਾ ਪ੍ਰਧਾਨ ਸੀ, ਉਹਨਾਂ ਦੀ ਗੱਲ ਸਰਕਾਰ ਨਹੀਂ ਸੀ ਮੰਨਦੀ। ਇੱਥੇ ਇਲਜ਼ਾਮ ਇਹ ਨੇ ਵੀ ਸਰਕਾਰ ਪਾਰਟੀ ਹੀ ਚਲਾ ਰਹੀ ਹੈ। ਇਹ ਤਾਲਮੇਲ ਕਿੰਨਾ ਕੁ ਜ਼ਰੂਰੀ ਹੈ? ਪਾਰਟੀ ਦਾ ਦਖਲ ਵੀ ਚਾਹੀਦਾ, ਪਰ ਇਹ ਤਾਲਮੇਲ ਕਿੰਨਾ ਕੁ ਜ਼ਰੂਰੀ ਹੈ ਕਿ ਲੋਕਾਂ 'ਚ ਗੱਲ ਇਹ ਜਾਵੇ ਕਿ ਸਰਕਾਰ ਕੰਮ ਕਰ ਰਹੀ ਹੈ, ਪਾਰਟੀ ਨਹੀਂ। ਦੇਖੋ, ਦਰਅਸਲ ਇਹ ਤਾਲਮੇਲ, ਜਿਹੜੀ ਕੋਆਰਡੀਨੇਸ਼ਨ ਆ, ਉਹ ਬੜੀ ਬੈਲੈਂਸਡ ਹੋਣੀ ਚਾਹੀਦੀ ਹੈ। ਜਿਹੜੇ ਚੈਕਸ ਐਂਡ ਬੈਲੈਂਸਿਸ ਆ, ਉਹ ਪਾਰਟੀ ਨੇ ਰੱਖਣੇ ਹੁੰਦੇ ਆ। ਪਾਰਟੀ ਦੇ ਸਾਰੇ ਜਿਹੜੇ ਪ੍ਰੋਗਰਾਮਸ ਹੁੰਦੇ ਆ, ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਜੋ ਵਾਅਦੇ ਕੀਤੇ ਹੁੰਦੇ ਆ, ਉਹ ਸਰਕਾਰ ਨੇ ਹੀ ਅੱਗੇ ਜਾ ਕੇ ਪੂਰੇ ਕਰਨੇ ਹੁੰਦੇ ਆ। ਤੇ ਉਹਨਾਂ ਨੇ ਦੇਖਣਾ ਹੁੰਦਾ ਕਿ ਕੀ ਉਹਨਾਂ ਦੇ ਸੰਸਾਧਨ ਨੇ, ਕਿੱਥੋਂ ਉਹਨਾਂ ਨੇ ਰੈਵਨਿਊ ਲੈ ਕੇ ਆਉਣਾ, ਕਿੱਥੋਂ ਉਹਨਾਂ ਨੇ ਗਾਰੰਟੀਜ਼ ਦੇਣੀ ਹੈ। ਇਹ ਸਾਰਾ ਕੁਝ ਸਰਕਾਰ ਨੇ ਦੇਖਣਾ। ਪਾਰਟੀ ਨੇ ਸਿਰਫ ਉਹਨਾਂ ਨੂੰ ਇੱਕ ਦਿਸ਼ਾ ਦੇਣੀ ਆ, ਜਾਂ ਉਹਨਾਂ ਨੂੰ ਨਿਰਦੇਸ਼ ਇਹ ਦੇਣੇ ਆ ਕਿ ਤੁਸੀਂ ਮੈਨੀਫੈਸਟੋ ਦੇ ਹਿਸਾਬ ਨਾਲ ਚੱਲੋ, ਔਰ ਜਿੰਨੇ ਸਾਡੇ ਵਾਅਦੇ ਆ ਉਹ ਪੂਰੇ ਕਰੋ। ਮੈਂ ਤੁਹਾਨੂੰ ਹੁਣ ਇੱਕ ਤਰ੍ਹਾਂ ਦਾ ਕੰਟਰੋਲ, ਇਸੇ ਕਰਕੇ ਹੁਣ ਤੁਸੀਂ ਦੇਖੋ, ਭਗਵੰਤ ਮਾਨ ਦੀ ਤੁਸੀਂ ਗੱਲ ਕੀਤੀ ਆ, ਉਹ ਪ੍ਰੈਸ ਨੂੰ ਲਗਭਗ ਮਿਲਣਾ ਛੱਡ ਚੁੱਕੇ ਨੇ।
ਜਦੋਂ ਵੀ ਉਹਨਾਂ ਨੇ ਕਦੇ ਐਲਾਨ ਕਰਨਾ ਹੁੰਦਾ, ਅਨਾਉਂਸਮੈਂਟ ਕਰਨੀ ਹੁੰਦੀ ਆ, ਉਹ ਇੱਕ ਵੀਡੀਓ ਕਮਰੇ 'ਚ ਜਾਂਦੇ ਨੇ, ਇੱਕ ਸਟੂਡੀਓ ਉਹਨਾਂ ਨੇ ਸ਼ਾਇਦ ਆਪਣੇ ਸੈਕਟਰੀਏਟ ਦੇ ਵਿੱਚ ਹੀ ਬਣਾਇਆ ਹੋਇਆ, ਉੱਥੇ ਕੈਮਰੇ ਦੇ ਅੱਗੇ ਬੈਠ ਕੇ ਐਲਾਨ ਕਰ ਦਿੰਦੇ ਨੇ। ਬੜੀ ਦੇਰ ਬਾਅਦ ਡੱਲਾ ਜੀ ਮੈਂ ਉਹਨਾਂ ਨੂੰ ਜਲੰਧਰ ਦੇ ਵਿੱਚ ਪ੍ਰੈਸ ਦੇ ਲੋਕਾਂ ਦੇ ਨਾਲ, ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕਰਦੇ ਜਾਂ ਇੰਟਰੈਕਸ਼ਨ ਕਰਦੇ ਹੋਏ ਦੇਖਿਆ ਸੀ। ਪਰ ਤੁਹਾਨੂੰ ਯਾਦ ਹੈ, ਜੇ ਤੁਸੀਂ ਵੀ ਉਹ ਇੰਟਰੈਕਸ਼ਨ ਦੇਖੀ ਹੋਵੇ, ਉਸ ਦੌਰਾਨ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ ਬੜੀ ਅਪਟਾਈਟ ਸੀ, ਬੜੇ ਔਖੇ ਬੈਠੇ ਸੀ, ਬੜੇ ਅਗਰੈਸਿਵ ਜਿਹੇ ਮੂਡ ਦੇ ਵਿੱਚ ਬੈਠੇ ਸੀ। ਏਦਾਂ ਲੱਗਦਾ ਸੀ ਕਿ ਹਰ ਸਵਾਲ ਤੋਂ ਉਹ ਕਿਤੇ ਨਾ ਕਿਤੇ ਖਿੱਚ ਜਾਂਦੇ ਆ। ਇੱਕ ਜਿਹੜਾ ਸਹਿਜ ਸੁਭਾਅ ਇੱਕ ਮੁੱਖ ਮੰਤਰੀ ਦਾ ਹੋਣਾ ਚਾਹੀਦਾ, ਉਹ ਨਜ਼ਰ ਨਹੀਂ ਸੀ ਆ ਰਿਹਾ। ਇਸ ਕਰਕੇ ਉਹਨਾਂ ਨੇ ਜਿਹੜੇ ਸਵਾਲ ਜੇ ਕੋਈ ਤਿੱਖੇ ਸੀ ਜਾਂ ਸੌਫਟ ਸੀ, ਉਸ ਦਾ ਉਸ ਲਹਿਜੇ ਦੇ ਨਾਲ ਜਵਾਬ ਉਹਨਾਂ ਵੱਲੋਂ ਨਹੀਂ ਸੀ ਆ ਰਿਹਾ। ਸੋ ਇੱਥੋਂ ਪਤਾ ਲੱਗਦਾ ਕਿ ਉਹ ਕਿੰਨੇ ਸਟ੍ਰੈਸ ਦੇ ਵਿੱਚ ਨੇ ਤੇ ਕਿੰਨੇ ਉਹ ਟੈਨਸ਼ਨ ਦੇ ਵਿੱਚ ਲਗਾਤਾਰ ਰਹਿ ਰਹੇ ਨੇ। ਹਾਲਾਂਕਿ ਮੈਨੂੰ ਲੱਗਦਾ ਸੀ ਬਤੌਰ ਮੁੱਖ ਮੰਤਰੀ ਉਹਨਾਂ ਨੂੰ ਤਾਂ ਸਭ ਤੋਂ ਜ਼ਿਆਦਾ ਰਿਲੈਕਸ ਰਹਿਣਾ ਚਾਹੀਦਾ। ਇਸੇ ਕਰਕੇ ਜਿਹੜੇ ਵਿਰੋਧੀ ਧਿਰ ਆ ਉਹਨਾਂ ਨੂੰ ਸਭ ਕੁਝ ਕਹਿਣ ਦਾ ਮੌਕਾ ਮਿਲਦਾ। ਔਰ ਜੇ ਲਗਾਤਾਰ, ਅੱਛਾ ਫਿਰ ਦੂਸਰਾ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ, ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਰਾਜ ਸਭਾ ਦੇ ਮੈਂਬਰਸ ਨੋਮੀਨੇਟ ਹੁੰਦੇ ਆ, ਉਸ ਦੇ ਵਿੱਚ ਵੀ ਲੱਗਦਾ ਭਗਵੰਤ ਮਾਨ ਹੋਣਾ ਦੀ ਸੁਣੀ ਨਹੀਂ ਗਈ ਆ। ਇਸੇ ਤਰ੍ਹਾਂ ਤੁਸੀਂ ਦੇਖੋ, ਜਿਸ ਤਰ੍ਹਾਂ ਪਰਚੇ ਦਰਜ ਹੋ ਰਿਹਾ, ਮਹਿਕਮਾ ਉਹਨਾਂ ਕੋਲੇ ਆ, ਹੋਮ ਅਫੇਅਰਸ ਐਂਡ ਜਸਟਿਸ ਡਿਪਾਰਟਮੈਂਟ ਉਹਨਾਂ ਕੋਲੇ ਆ, ਪੁਲਿਸ ਦਾ ਮਹਿਕਮਾ ਉਹਨਾਂ ਕੋਲੇ ਆ, ਪਰ ਲੱਗਦਾ ਉਸ ਨੂੰ ਵੀ ਦਿੱਲੀ ਤੋਂ ਹੀ ਚਲਾਇਆ ਜਾ ਰਿਹਾ। ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਫਲਾਣੇ ਤੁਸੀਂ ਮੈਂਬਰ ਤੇ ਦਿੱਲੀ ਵਾਲੇ ਤੇ ਪਰਚਾ ਦਰਜ ਕਰ ਦਿਓ, ਇੱਥੋਂ ਹੀ ਪਰਚੇ ਦਰਜ ਹੋ ਰਹੇ ਆ ਤੇ ਉਸ ਤੋਂ ਬਾਅਦ ਉਹਨਾਂ ਤੇ ਜਾ ਕੇ ਨੋਟਿਸ ਚਿਪਕਾਏ ਜਾ ਰਹੇ ਆ। ਇਹ ਸਾਰਾ ਕੁਝ ਜਿਹੜਾ ਵਾਤਾਵਰਨ ਬਣ ਰਿਹਾ, ਇਸ ਕਰਕੇ ਭਗਵੰਤ ਮਾਨ ਹੋਣਾ ਤੇ ਜਿਹੜੇ ਸਵਾਲ ਆ, ਜਿਹੜੇ ਪ੍ਰਸ਼ਨ ਚਿੰਨ੍ਹ ਆ, ਉਹ ਉੱਠਣੇ ਲਾਜ਼ਮੀ ਆ। ਇਸੇ ਕਰਕੇ ਚਾਹੇ ਪ੍ਰਤਾਪ ਬਾਜਵਾ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਭਾਜਪਾ ਨੇ ਜਿਹੜੀ ਚਿੱਠੀ ਲਿਖੀ ਹੈ, ਉਸ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਬਿਲਕੁਲ ਇਹ ਬਿਲਕੁਲ, ਸਾਰੀਆਂ ਚੀਜ਼ਾਂ ਭਾਜਪਾ ਨੇ ਇਸੇ ਚਿੱਠੀ ਕਰਕੇ ਲਿਖੀ ਹੋ ਹੈ, ਰਹੀਆਂ। ਉਹਦਾ ਵੀ ਤੁਸੀਂ ਜ਼ਿਕਰ ਕਰ ਦਿਓ ਨਾਲ ਹੀ। ਭਾਰਤੀ ਜੀ ਜਨਤਾ ਪਾਰਟੀ ਕਹਿੰਦੇ ਨਾਖੁਸ਼ ਹੈ, ਕਹਿੰਦੇ ਉਹ ਮਿਲਣ ਵੀ ਗਏ ਸੀ ਪੰਜਾਬ ਦੇ ਡੀਜੀਪੀ ਸਾਹਿਬ ਨੂੰ, ਪਰ ਮੁਲਾਕਾਤ ਨਹੀਂ ਹੋਈ। ਪਰ ਉਹਨਾਂ ਨੇ ਚਿੱਠੀ ਲਿਖਤੀ ਅਮਿਤ ਸ਼ਾਹ ਨੂੰ, ਇਹ ਜਾਣਕਾਰੀ ਦਿੱਤੀ ਆ ਉਹਨਾਂ ਨੇ ਕਿ ਉਹ ਪਸੰਦ ਨਹੀਂ ਕਰ ਰਹੇ ਇਸ ਰਵੱਈਏ ਨੂੰ ਬੀਜੇਪੀ ਵਾਲੇ। ਬਿਲਕੁਲ ਡੱਲਾ ਜੀ, ਤੁਸੀਂ ਦੇਖੋ ਆਪਾਂ ਕੱਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ, ਚਾਹੇ ਉਹ ਤੇਜਿੰਦਰਪਾਲ ਸਿੰਘ ਬੱਗਾ ਹੋਣ, ਚਾਹੇ ਉਹ ਨਵੀਨ ਕੁਮਾਰ ਜਿੰਦਲ ਹੋਣ। ਅੱਜ ਉਹਨਾਂ ਨੇ ਉਸ ਚਿੱਠੀ ਦੇ ਵਿੱਚ ਪ੍ਰੀਤੀ ਗਾਂਧੀ ਦਾ ਵੀ ਨਾਮ ਲਿਖਿਆ। ਇਸੇ ਤਰ੍ਹਾਂ ਕੁਮਾਰ ਵਿਸ਼ਵਾਸ ਹੋਣ, ਔਰ ਉਸ ਤੋਂ ਬਾਅਦ ਅਲਕਾ ਲਾਂਬਾ ਦਾ ਵੀ ਉਹਨਾਂ ਨੇ ਨਾਂ ਲਿਖਿਆ, ਹਾਲਾਂਕਿ ਉਹ ਵਿਰੋਧੀ ਪਾਰਟੀ ਦੇ ਨੇ। ਇਹਨਾਂ ਸਾਰੇ ਵਿਅਕਤੀਆਂ ਤੇ ਜੋ ਕੇਸ ਦਰਜ ਹੋ ਰਿਹਾ, ਉਹ ਪੰਜਾਬ ਪੁਲਿਸ ਕਰ ਰਹੀ ਹੈ, ਔਰ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪੁਲਿਸਿੰਗ ਮਿਲ ਹੀ ਨਹੀਂ ਰਹੀ। ਜੋ ਕਿਓਸ, ਜਿਸ ਤਰ੍ਹਾਂ ਦੇ ਇੰਸੀਡੈਂਟ, ਅੱਜ ਜੋ ਨਵਜੋਤ ਸਿੰਘ ਸਿੱਧੂ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ, ਉਹ ਗਵਰਨਰ ਨੂੰ ਕੀ ਕਹਿ ਕੇ ਆਏ ਨੇ। ਇਹੀ ਗੱਲ ਭਾਰਤੀ ਜਨਤਾ ਪਾਰਟੀ ਨੇ, ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ, ਉਹਨਾਂ ਨੂੰ ਲਿਖੀ ਹੈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ। ਨਵਜੋਤ ਸਿੰਘ ਸਿੱਧੂ ਨੇ ਵੀ ਇਹੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ, ਜੇ ਤੁਸੀਂ ਤਸਵੀਰਾਂ ਦੇਖੋ, ਨਿਊਜ਼ ਚੈਨਲਸ ਦੇਖੋ, ਟੈਲੀਵਿਜ਼ਨ ਚੈਨਲਸ ਦੇਖੋ, ਲੜਾਈਆਂ ਹੋ ਰਹੀਆਂ ਨੇ, ਕਿਤੇ ਗੋਲੀਆਂ ਚੱਲ ਰਹੀਆਂ ਨੇ, ਕਿਤੇ ਗੈਂਗ ਵਾਰ ਹੋ ਰਹੀ ਹੈ, ਕਿਤੇ ਪਲੇਅਰਸ ਜਿਹੜੇ ਨੇ, ਸਪੋਰਟਸਮੈਨ, ਉਹ ਮਾਰੇ ਜਾ ਰਹੇ ਨੇ। ਇਹ ਸਾਰਾ ਕੁਝ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਆ ਜਾਂ ਅਮਨ ਸ਼ਾਂਤੀ ਆ, ਉਸ ਨੂੰ ਲਗਭਗ ਇਸ ਤਰ੍ਹਾਂ ਲੱਗਦਾ ਕਿ ਖਤਮ ਹੋਈ ਪਈ ਆ। ਇੰਨਾ ਕਿ ਕਿਓਸ ਐਂਡ ਕਨਫਿਊਜ਼ਨ ਚਾਰੇ ਪਾਸੇ ਹੋਇਆ ਪਿਆ, ਔਰ ਸਮਝ ਨਹੀਂ ਆ ਰਿਹਾ। ਇਸੇ ਬਿਊਰੋਕ੍ਰੇਸੀ ਉਸੇ ਦੌਰ ਚ ਲੰਘ ਰਹੀ ਹੈ। ਜੀ ਜੀ ਡੱਲਾ ਜੀ, ਠੀਕ ਹੈ, ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਇਹ ਸਾਰੀਆਂ ਘਟਨਾਵਾਂ ਅਕਾਲੀ ਦਲ, ਬੀਜੇਪੀ ਜਾਂ ਕਾਂਗਰਸ ਦੇ ਰਾਜ ਦੇ ਵਿੱਚ ਵੀ ਸੀ, ਪਰ ਹੁਣ ਜ਼ਿਆਦਾ ਵੱਡੀਆਂ ਇਸ ਕਰਕੇ ਲੱਗ ਰਹੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਆਈ ਹੈ ਤੇ ਲੋਕ ਵੀ ਇਹ ਮੰਨ ਕੇ ਬਹਿ ਗਏ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਹੁਣ ਅਜਿਹਾ ਕੁਝ ਵਾਪਰੂਗਾ ਹੀ ਨਹੀਂ। ਸੋ ਮੈਨੂੰ ਲੱਗਦਾ ਇਸ ਕਰਕੇ ਵੀ ਦੂਸਰੀਆਂ ਪਾਰਟੀਆਂ ਨੂੰ ਇੱਕ ਮੁੱਦਾ ਮਿਲ ਗਿਆ ਕਿ ਚਲੋ ਅਸੀਂ ਇਹਨਾਂ ਮੁੱਦਿਆਂ ਤੇ ਸ਼ਿਕਾਇਤ ਕਰੀਏ। ਪਰ ਠੀਕ ਹੈ, ਪੰਜਾਬ ਸੂਬੇ ਤੋਂ ਬਾਹਰ ਦੇ ਜਿਹੜੇ ਲੋਕ ਹੈ, ਉਹਨਾਂ ਖਿਲਾਫ ਜਿਹੜੇ ਕੇਸ ਦਰਜ ਹੋ ਰਹੇ ਨੇ, ਉਹਨਾਂ ਤੋਂ ਆਮ ਆਦਮੀ ਪਾਰਟੀ ਬਚ ਸਕਦੀ ਸੀ। ਉਹਨਾਂ ਬਾਰੇ ਦਿੱਲੀ 'ਚ ਸ਼ਿਕਾਇਤਾਂ ਕਰ ਦਿੰਦੇ ਜਾਂ ਦਿੱਲੀ ਦੀਆਂ ਅਦਾਲਤਾਂ 'ਚ ਚਲੇ ਜਾਂਦੇ ਤੇ ਘੱਟੋ ਘੱਟ ਪੁਲਿਸ ਦੇ ਸਿਆਸੀਕਰਨ ਦਾ ਇਲਜ਼ਾਮ ਨਹੀਂ ਸੀ ਲੱਗਣਾ। ਹੁਣ ਜਿਹੜੀ ਅਮਿਤ ਸ਼ਾਹ ਨੂੰ ਬੀਜੇਪੀ ਨੇ ਚਿੱਠੀ ਲਿਖੀ ਹੈ, ਔਰ ਲਗਾਤਾਰ ਨਵਜੋਤ ਸਿੰਘ ਸਿੱਧੂ ਵੀ ਪੁਲਿਸ ਦੇ ਸਿਆਸੀਕਰਨ ਦੇ ਇਲਜ਼ਾਮ ਲਾ ਰਹੇ ਨੇ, ਬਾਕੀ ਲੋਕ ਵੀ ਲਾ ਰਹੇ ਨੇ। ਇਹਦੇ ਨਾਲ ਹੁਣ ਸਮਝਿਆ ਕੀ ਜਾਣਾ ਚਾਹੀਦਾ ਹੈ ਕਿ ਭਗਵੰਤ ਮਾਨ ਨੂੰ ਇਹਦੇ ਤੇ ਕੋਈ ਗੰਭੀਰ ਨੋਟਿਸ ਲੈਣ ਦੀ ਲੋੜ ਹੈ। ਦੇਖੋ ਡੱਲਾ ਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਪਾਰਟੀ, ਨਵੀਂ ਪਾਰਟੀ, ਔਰ ਪਹਿਲੀ ਵਾਰੀ ਸਰਕਾਰ 'ਚ ਹਜੇ ਮਹੀਨੇ ਤੋਂ ਥੋੜਾ ਜਿਹਾ ਸਮਾਂ ਵੱਧ ਹੋਇਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਲੇਕਿਨ ਜਿਹੜੀ ਪੁਲਿਸ ਆ, ਉਹ ਤਾਂ ਨਵੀਂ ਨਹੀਂ ਹੈ। ਪੰਜਾਬ ਦੇ ਡੀਜੀਪੀ ਨਵੇਂ ਨਹੀਂ ਹੈ, ਪੰਜਾਬ ਦੇ ਅਫਸਰ ਨਵੇਂ ਨਹੀਂ ਹੈ। ਉਹਨਾਂ ਨੂੰ ਪਤਾ ਕਿ ਪੁਲਿਸਿੰਗ ਕਿਸ ਤਰ੍ਹਾਂ ਕਰਨੀ ਹੈ। ਉਹ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਦੇ ਵਿੱਚ, ਜਾਂ ਲਾਅ ਐਂਡ ਆਰਡਰ ਨੂੰ ਜਿਹੜਾ ਹੈ ਉਹ ਦਰੁਸਤ ਕਰਨ ਦੇ ਵਿੱਚ ਸਮਰਥ ਕਿਉਂ ਨਹੀਂ ਹੋ ਰਹੇ ਇਹਨਾਂ ਚੀਜ਼ਾਂ ਨੂੰ? ਕਿਉਂਕਿ ਭਗਵੰਤ ਮਾਨ ਹੋਣਾ ਨੇ ਜਾਂ ਮੰਤਰੀਆਂ ਨੇ ਜਾਂ ਪਾਰਟੀ ਨੇ ਆਪ ਨਹੀਂ ਕਰਨਾ।
ਕਰਨਾ ਤਾਂ ਇਹਨਾਂ ਤੋਂ ਅਫਸਰਾਂ ਤੋਂ ਹੀ ਕੰਮ ਆ, ਪਰ ਜੇ ਉਹਨਾਂ ਨੂੰ ਸਹੀ ਮਾਅਨੇ ਦੇ ਵਿੱਚ ਡਾਇਰੈਕਸ਼ਨਸ ਨਹੀਂ ਜਾਣਗੀਆਂ, ਇੰਸਟਰਕਸ਼ਨਸ ਨਹੀਂ ਜਾਣਗੀਆਂ, ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਅਕਾਊਂਟੇਬਿਲਿਟੀ ਦਾ ਜਾਂ ਜਵਾਬਦੇਹੀ ਦਾ ਡਰ ਨਹੀਂ ਹੋਏਗਾ, ਤੇ ਫਿਰ ਇਸ ਤਰ੍ਹਾਂ ਐਕਟਿਵ ਨਹੀਂ ਗਿਆ ਲੋਕਾਂ ਦੇ ਵਿੱਚ। ਜੀ ਡੱਲਾ ਜੀ। ਬਿਲਕੁਲ, ਤੁਸੀਂ ਬਹੁਤ ਗੰਭੀਰਤਾ ਦੇ ਨਾਲ ਸਾਰਾ ਐਨਾਲਿਸਿਸ ਹੈ ਜਿਹੜਾ ਉਹ ਤੁਸੀਂ ਕੀਤਾ ਇਹਨਾਂ ਪੂਰੇ ਮਾਮਲਿਆਂ ਤੇ। ਹੁਣ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਹੈ ਉਹਨਾਂ ਦਾ ਸਵਾਲ ਵੀ ਨਾਲ ਲੈਣਾ ਚਾਹੂੰਗਾ, ਪਰ ਉਸ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਇੱਕ ਵਾਰੀ ਕਰ ਲਈਏ। ਕਿਸਾਨਾਂ ਨੂੰ ਨੋਟਿਸ ਪਿਛਲੇ ਕਾਫੀ ਸਮੇਂ ਤੋਂ ਜਾ ਰਹੇ ਸੀ। ਸਾਡੇ ਵੱਖ-ਵੱਖ ਜਿਹੜੇ ਖੇਤੀ ਬੈਂਕ ਨੇ, ਸਹਿਕਾਰੀ ਬੈਂਕ ਨੇ, ਉਹਨਾਂ ਵੱਲ ਸਾਡੇ ਕਿਸਾਨਾਂ ਦਾ ਕਰਜ਼ਾ ਵੀ ਬਕਾਇਆ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਕਰਜ਼ੇ ਦੀ ਕਿਸ਼ਤ ਦੇਣ ਦੀ ਲੋੜ ਨਹੀਂ ਹੈ, ਮੇਰੀ ਸਰਕਾਰ ਆ ਰਹੀ ਹੈ, ਕਰਜ਼ਾ ਮਾਫ ਕਰਾਂਗੇ। ਕੈਪਟਨ ਅਮਰਿੰਦਰ ਵੀ ਤੇ ਮਨਪ੍ਰੀਤ ਬਾਦਲ ਵੀ ਇਹ ਦੋਨੇ ਲਾਰੇ ਲਾਉਂਦੇ ਰਹੇ। ਪੱਤਰਕਾਰਾਂ ਨੂੰ ਵੀ, ਅਸੀਂ ਵੀ ਜਦੋਂ ਪੁੱਛਦੇ ਸੀ ਸਾਨੂੰ ਕਹਿੰਦੇ ਸੀ 5 ਸਾਲਾਂ 'ਚ ਸਾਰਿਆਂ ਦਾ ਕਰਜ਼ਾ ਮਾਫ ਕਰ ਦਾਂਗੇ, ਤੇ ਨਹੀਂ ਕੀਤਾ। ਹੁਣ ਸਥਿਤੀਆਂ ਇਹ ਨੇ ਕਿ ਨੋਟਿਸ ਜਾ ਰਹੇ ਨੇ, ਡਿਫਾਲਟਰ ਹੋ ਗਏ ਨੇ, ਕਈ ਜਗ੍ਹਾ ਵਾਰੰਟ ਨਿਕਲਣ ਦੀ ਤਿਆਰੀ ਹੈ, ਤੇ ਕਿਸਾਨ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਗਏ ਕਿ ਆਮ ਆਦਮੀ ਪਾਰਟੀ ਨੇ ਅਗਰ ਕਿਸੇ ਵੀ ਕਿਸਾਨ ਦੀ ਗ੍ਰਿਫਤਾਰੀ ਕੀਤੀ ਤੇ ਅਸੀਂ ਅੰਦੋਲਨ ਕਰਾਂਗੇ। ਹਰਪਾਲ ਚੀਮਾ ਦਾ ਬਿਆਨ ਵੀ ਆਇਆ। ਹਰਪਾਲ ਚੀਮਾ ਕਹਿੰਦੇ ਕਿਸੇ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਊਗੀ। ਇਹ ਕਾਂਗਰਸ ਵੇਲੇ ਦੇ ਸਾਰੇ ਮਸਲੇ ਸੀ ਜਿਹੜੇ ਆਪਣੇ ਆਪ ਸਿਸਟਮ ਦੇ ਜ਼ਰੀਏ ਅੱਗੇ ਚਲੇ ਗਏ। ਸਾਡੀ ਸਰਕਾਰ ਇਹ ਬਿਲਕੁਲ ਕਰਨਾ ਨਹੀਂ ਚਾਹੁੰਦੀ, ਪਰ ਸਥਿਤੀਆਂ ਤਾਂ ਚਿੰਤਾਜਨਕ ਬਣ ਗਈਆਂ। ਆਮ ਆਦਮੀ ਪਾਰਟੀ ਇਸ ਸਥਿਤੀ ਨੂੰ ਕਿਵੇਂ ਨਿਪਟਾਏਗੀ? ਕਿਉਂਕਿ ਕਿਸਾਨ ਕਹਿੰਦੇ ਅਸੀਂ ਅੰਦੋਲਨ ਕਰਾਂਗੇ, ਬੈਂਕ ਕਹਿੰਦੇ ਅਸੀਂ ਪੈਸਿਆਂ ਦੀ ਵਸੂਲੀ ਕਰਨੀ ਹੈ। ਆંકੜੇ ਨੇ 70,000 ਤੋਂ ਜ਼ਿਆਦਾ ਕਿਸਾਨਾਂ ਕੋਲੋਂ ਲਗਭਗ 2,500 ਤੋਂ 3,000 ਕਰੋੜ ਰੁਪਏ ਦੀ ਜਿਹੜੀ ਵਸੂਲੀ ਹੈ ਉਹ ਹਜੇ ਬਾਕੀ ਹੈ, ਜਿਹੜੇ ਖੇਤੀ ਦੇ ਨਾਲ ਜੁੜੇ ਵਿਕਾਸ ਵਾਲੇ ਬੈਂਕ ਨੇ। ਸੋ ਇਹ ਪੈਸਾ ਬਹੁਤ ਜ਼ਿਆਦਾ ਹੈ। ਔਰ ਜਿਹੜੇ ਡਿਫਾਲਟਰ ਕਿਸਾਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਵੱਖ-ਵੱਖ ਬੈਂਕਾਂ ਦੀ, ਉਹ ਕਹਿੰਦੇ 50,000 ਤੋਂ ਜ਼ਿਆਦਾ ਹੈ। ਔਰ ਪਿਛਲੇ ਕੁਝ ਸਮੇਂ 'ਚ ਸਿਰਫ 200 ਕਰੋੜ ਰੁਪਏ ਦੀ ਵਸੂਲੀ ਹੋਈ ਹੈ ਕਈ ਮਹੀਨਿਆਂ ਦੇ ਵਿੱਚ, ਤੇ ਫਿਰ 2,500 3,000 ਕਰੋੜ ਪੈਸਾ ਵੀ ਬਹੁਤ ਜ਼ਿਆਦਾ ਹੈ ਜਿਹੜਾ ਵਸੂਲਿਆ ਜਾਣਾ ਕਿਸਾਨਾਂ ਤੋਂ। ਇਹਨੂੰ ਤੁਸੀਂ ਕਿਸ ਰੂਪ 'ਚ ਦੇਖੋਗੇ? ਕੀ ਸੂਬੇ ਦੀ ਸਰਕਾਰ ਇਹਨਾਂ ਬੈਂਕਾਂ ਨੂੰ ਇੱਕ ਮੁਸ਼ਤ ਪੈਸਾ ਦੇ ਕੇ ਇਹ ਮਾਮਲੇ ਨੂੰ ਨਿਪਟਾਵੇ, ਜਾਂ ਹੁਣ ਕੇਂਦਰ ਦਾ ਦਖਲ ਬਣਦਾ ਵੀ ਕੇਂਦਰ ਸਰਕਾਰ ਇੱਕ ਵਾਰੀ ਪੈਸਾ ਦੇਵੇ? ਕਿਉਂਕਿ ਇਹ ਕਿਸਾਨ ਉਸ ਸਥਿਤੀ 'ਚ ਨਹੀਂ ਨੇ, ਕਿਸਾਨ ਆਰਥਿਕ ਤੌਰ ਤੇ ਟੁੱਟੇ ਪਏ ਨੇ। ਆਪਣੇ ਰੰਧਾਵਾ ਜੀ। ਦੇਖੋ ਡੱਲਾ ਜੀ, ਸਭ ਤੋਂ ਪਹਿਲਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜਿਹੜੀ ਤੁਸੀਂ ਅਖੀਰਲਾ ਆਪਣਾ ਸੈਂਟੈਂਸ ਪੂਰਾ ਕੀਤਾ ਕਿ ਆਰਥਿਕ ਤੌਰ ਤੇ ਕਿਸਾਨ ਟੁੱਟੇ ਪਿਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਿਸਾਨ 13 ਮਹੀਨੇ ਪਹਿਲਾਂ ਤਾਂ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰਦੇ ਰਹੇ। ਉਹ ਖੇਤੀ ਕਾਨੂੰਨ ਜੇ ਲਾਗੂ ਹੋ ਜਾਂਦੇ ਤੇ ਉਸ ਦਾ ਕਿਸਾਨਾਂ ਨੂੰ ਕਿੰਨਾ ਨੁਕਸਾਨ ਹੋਣਾ ਸੀ, ਇਸ ਨੂੰ ਆਪਾਂ ਭਲੀ ਭਾਂਤੀ ਸਮਝ ਸਕਦੇ ਹਾਂ। 13 ਮਹੀਨੇ ਲਗਾਤਾਰ ਮੁਸ਼ੱਕਤ ਕਰਨ ਤੋਂ ਬਾਅਦ ਜਦੋਂ ਕੇਂਦਰ ਸਰਕਾਰ ਉਹ ਖੇਤੀ ਕਾਨੂੰਨ ਵਾਪਸ ਲੈਂਦੀ ਆ, ਤੁਸੀਂ ਅੱਜ ਦੇਖੋ ਉਸ ਦੌਰਾਨ ਪਹਿਲਾਂ ਤਾਂ ਗੁਲਾਬੀ ਸੁੰਡੀ ਉਹਨਾਂ ਦਾ ਨਰਮਾ ਮਾਰ ਦਿੰਦੀ ਆ। ਆਪਾਂ ਨੂੰ ਇਹ ਵੀ ਯਾਦ ਹੋਣਾ ਚਾਹੀਦਾ। ਹੁਣ ਜਦੋਂ ਕਣਕ ਦੀ ਫਸਲ ਆਉਂਦੀ ਹੈ ਤੇ ਉਹਦਾ ਝਾੜ 10% ਤੱਕ ਮਾਹਰਾਂ ਦਾ ਕਹਿਣਾ ਘਟ ਗਿਆ, ਝਾੜ ਉਹਨਾਂ ਦਾ ਘਟ ਜਾਂਦਾ। ਇਸੇ ਤਰ੍ਹਾਂ ਅੱਜ ਵੀ ਮੰਡੀਆਂ ਦੇ ਵਿੱਚ ਕਈ ਥਾਵਾਂ ਤੇ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ, ਕਿਉਂਕਿ ਕੇਂਦਰ ਸਰਕਾਰ ਦੇ ਹਜੇ ਜਿਹੜੇ ਮਾਪਦੰਡ ਸੀ, ਜਿਹੜੀਆਂ ਟੀਮਾਂ ਆਈਆਂ ਸੀ ਇੱਥੇ 5 ਵੱਖਰੀਆਂ ਲਗਭਗ 15 ਜ਼ਿਲ੍ਹਿਆਂ ਚੋਂ ਗਈਆਂ ਸੀ, ਹਜੇ ਤੱਕ ਉਹਨਾਂ ਦੀ ਰਿਪੋਰਟ ਨਹੀਂ ਆਈ। ਹਜੇ ਵੀ ਉਸ ਤੇ ਕਨਫਿਊਜ਼ਨ ਬਣੀ ਹੋਈ ਆ। ਜਿਹੜੀਆਂ ਸਾਡੀਆਂ ਹੈਗੀਆਂ ਇੱਥੇ ਏਜੰਸੀਜ਼ ਆ, ਖਰੀਦ ਏਜੰਸੀਆਂ, ਉਹਨਾਂ ਨੇ ਹਜੇ ਬਹੁਤ ਸਾਰੇ ਮੰਡੀਆਂ ਦੇ ਵਿੱਚ, ਮੈਂ ਮੋਗਾ ਮੰਡੀ ਦੀ ਦੇਖ ਰਿਹਾ ਸੀ, ਫਿਰੋਜ਼ਪੁਰ ਮੰਡੀ ਦੇਖ ਰਿਹਾ ਸੀ, ਉੱਥੇ ਹਜੇ ਤੱਕ ਲਿਫਟਿੰਗ ਨਹੀਂ ਹੋ ਰਹੀ। ਤੀਸਰੀ ਗੱਲ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਮੌਸਮ ਦਾ ਅਚਾਨਕ ਬਦਲਾਅ ਹੋ ਗਿਆ। ਅਗਲੇ ਦਿਨਾਂ ਦੇ ਵਿੱਚ ਖੈਰ ਹਜੇ ਪੇਸ਼ੈਂਟ ਕੋਈ ਇਸ ਤਰ੍ਹਾਂ ਦੀ ਕੋਈ ਨਹੀਂ ਹੋਈ, ਕਿਉਂਕਿ ਭਾਰੀ ਮੀਂਹ ਪੈਣ ਦੀ ਉਮੀਦ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈ, ਪਰ ਮੌਸਮ ਨੇ ਵੀ ਜਿਹੜੇ ਆਪਣੇ ਕਿਸਾਨ ਆ ਉਹਨਾਂ ਦੇ ਸਾਹ ਇੱਕ ਤਰ੍ਹਾਂ ਦੇ ਸੁੱਤੇ ਪਏ ਆ। ਇਹਨਾਂ ਸਾਰਿਆਂ ਦੇ ਵਿੱਚ ਤੇ ਉਹ ਪਹਿਲਾਂ ਜਿਹੜਾ ਕਿਸਾਨ ਆ ਉਹ ਪਹਿਲਾਂ ਕਰਜ਼ਾਈ ਹੈ। ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜੇ ਕਿਸਾਨਾਂ ਨੇ ਕੋਆਪਰੇਟਿਵ ਬੈਂਕਸ ਤੋਂ, ਸਹਿਕਾਰੀ ਬੈਂਕਾਂ ਤੋਂ ਕਰਜ਼ੇ ਲਿੱਤੇ ਤਾਂ ਉਹਨਾਂ ਨੇ ਉਹ ਮੋੜਨੇ ਆ, ਪਰ ਪਹਿਲਾਂ ਉਹਨਾਂ ਨੂੰ ਇੰਨਾ ਸਮਰੱਥਾ ਕਰ ਦਿਓ। ਉਹਨਾਂ ਦੀ ਉਹ ਕਹਿੰਦੇ ਆ ਕਿ ਸਾਡੀਆਂ ਪਹਿਲਾਂ ਫਸਲਾਂ ਚੱਕ ਲਓ, ਸਾਨੂੰ ਆਪਣਾ ਜਿਹੜਾ ਫਸਲਾਂ ਦਾ ਤੁਸੀਂ ਸਾਨੂੰ ਪੈਸਾ ਦੇਣਾ ਉਹ ਭੁਗਤਾਨ ਕਰ ਦਿਓ। ਸਾਡਾ ਜਦੋਂ ਭੁਗਤਾਨ ਹੋ ਜਾਏਗਾ ਤਾਂ ਅਸੀਂ ਕਰਜ਼ਾ ਵੀ ਹੌਲੀ-ਹੌਲੀ ਲਾ ਦਾਂਗੇ। ਦੂਸਰੇ ਪਾਸੇ ਤੁਸੀਂ ਇਨਪੁਟਸ ਦੀ ਕਾਸਟ ਦੇਖੋ, ਚਾਹੇ ਉਹ ਡੀਜ਼ਲ ਦੀ ਹੋਈ, ਪੈਸਟੀਸਾਈਡਸ ਦੀ ਹੋਈ, ਫਰਟੀਲਾਈਜ਼ਰ ਦੀ ਹੋਈ, ਉਹ ਦਿਨੋਂ ਦਿਨ ਕਿੰਨੀ ਵੱਧ ਰਹੀ ਹੈ। ਸੋ ਕਿਸਾਨ ਨੂੰ ਰਾਹਤ ਤਾਂ ਕਿਸੇ ਪਾਸੇ ਵੀ ਨਹੀਂ ਮਿਲ ਰਹੀ। ਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਕਰਜ਼ੇ ਦਾ ਬੋਝ, ਅੱਛਾ ਫੇਰ
ਤੁਸੀਂ ਇੱਕ ਗੱਲ ਬਹੁਤ ਸੋਹਣੀ ਕਹੀ ਹੈ ਡੱਲਾ ਜੀ, ਵੀ ਕੈਪਟਨ ਅਮਰਿੰਦਰ ਸਿੰਘ ਹੋਏ, ਉਹ ਵੀ ਲਗਾਤਾਰ ਇਹੀ ਕਹਿੰਦੇ ਰਹੇ ਕਿ ਅਸੀਂ ਇਹਨਾਂ ਦੇ ਕਰਜ਼ੇ ਮਾਫ ਕਰ ਦੇਣੇ ਆ। ਕੈਪਟਨ ਅਮਰਿੰਦਰ ਇਕੱਲੇ ਨਹੀਂ, ਜਦੋਂ ਇਹ ਚੋਣਾਂ ਚੱਲ ਰਹੀਆਂ ਸੀ ਤੇ ਅਰਵਿੰਦ ਕੇਜਰੀਵਾਲ ਬੜੀਆਂ ਗਰੰਟੀਆਂ ਦਿੰਦੇ ਰਹੇ ਕਿ ਅਸੀਂ ਆ ਕੇ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗੇ। ਭਗਵੰਤ ਮਾਨ ਹੁਣੀ ਕਹਿੰਦੇ ਰਹੇ, ਤੇ ਜਦੋਂ ਉਹਨਾਂ ਨੂੰ ਅਚਾਨਕ ਇਹ ਜਾ ਕੇ ਸੁਣਨਾ ਪੈਂਦਾ ਕਿ ਕਰਜ਼ੇ ਤਾਂ ਛੱਡੋ, ਮਾਫ ਕਰਨੇ ਛੱਡੋ, ਸਾਡੀ ਤਾਂ ਫੜੋ ਫੜਾਈ ਸ਼ੁਰੂ ਹੋ ਗਈ ਆ। ਹਜੇ ਤੱਕ ਕਿੰਨੇ ਕਿਸਾਨਾਂ ਨੇ ਜਿਹੜੇ ਐਜੀਟੇਸ਼ਨ ਕੀਤੀ ਸੀ, ਤੁਸੀਂ ਯਾਦ ਕਰੋ, ਉਹਨਾਂ 13 ਮਹੀਨਿਆਂ ਦੇ ਵਿੱਚ ਵੱਖਰੇ ਵੱਖਰੇ ਸਟੇਟਸ ਦੇ ਵਿੱਚ ਜਿਹੜੇ ਉਹਨਾਂ ਤੇ ਕੇਸ ਦਰਜ ਹੋਏ ਸੀ, ਔਰ ਜਿਹੜੀ ਉਹਨਾਂ ਦੀ ਇੱਕ ਕੇਂਦਰ ਸਰਕਾਰ ਤੋਂ ਮੁੱਖ ਮੰਗ ਸੀ, ਉਹ ਹਜੇ ਤੱਕ ਨਹੀਂ ਪੂਰੀ ਹੋਈ। ਹਜੇ ਵੀ ਉਹ ਕਈ ਜਿਹੜੇ ਕੇਸ ਆਪਣੇ ਭੁਗਤ ਰਹੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਦੀਆਂ ਇਹ ਮਜਬੂਰੀਆਂ, ਇਸੇ ਕਰਕੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਹ ਕਹਿਣਾ ਪੈ ਰਿਹਾ ਕਿ ਅਸੀਂ ਦੁਬਾਰਾ ਐਜੀਟੇਸ਼ਨ ਸ਼ੁਰੂ ਕਰਾਂਗੇ। ਔਰ ਜੇ ਡੱਲਾ ਜੀ ਇਹ ਐਜੀਟੇਸ਼ਨ ਕਿਸੇ ਤਰ੍ਹਾਂ ਕਿਸਾਨਾਂ ਦੀ ਸ਼ੁਰੂ ਹੋ ਜਾਂਦੀ ਹੈ, ਪੰਜਾਬ ਲਈ ਕੋਈ ਵਧੀਆ ਸੰਕੇਤ ਨਹੀਂ ਹੈ। ਤੁਸੀਂ ਇੱਕ ਹੋਰ ਯਾਦ ਕਰੋ, ਦਿੱਲੀ ਜਾਣ ਤੋਂ ਪਹਿਲਾਂ ਜਦੋਂ 26 ਨਵੰਬਰ ਨੂੰ ਉੱਥੇ ਜਾਂਦੇ ਆ ਸਨ 2020 ਤੋਂ, ਉਸ ਤੋਂ ਪਹਿਲਾਂ ਤਾਂ ਜਿਹੜੇ ਕਿਸਾਨ ਸੀ ਉਹ ਪੰਜਾਬ ਦੀਆਂ ਰੇਲਵੇ ਲਾਈਨਾਂ ਤੇ, ਪਲੇਟਫਾਰਮਸ ਤੇ, ਪਾਰਕਾਂ 'ਚ ਇੱਥੇ ਹੀ ਬੈਠੇ ਸੀ। ਔਰ ਯਾਦ ਹੋਣਾ ਤਾਂ ਤੁਹਾਨੂੰ ਪਤਾ ਹੋਣਾ ਕਿ ਰੇਲ ਗੱਡੀਆਂ ਕਿਸ ਤਰ੍ਹਾਂ ਰੁਕ ਗਈਆਂ ਸੀ, ਮਾਲ ਨਹੀਂ ਸੀ ਜਾ ਰਿਹਾ, ਪੰਜਾਬ ਦੀ ਇਕਨੋਮੀ ਨੂੰ ਕਿੰਨਾ ਫਰਕ ਪੈ ਗਿਆ ਸੀ। ਕੀ ਪੰਜਾਬ ਸਰਕਾਰ ਇਸ ਤਰ੍ਹਾਂ ਦੀ ਸਥਿਤੀ ਚਾਹੁੰਦੀ ਹੈ? ਸੋ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਇਸ ਤਰ੍ਹਾਂ ਇੱਕੋਦਮ ਜਿਹੜਾ ਕਿਓਸ ਹੈ, ਕਨਫਿਊਜ਼ਨ, ਉਹ ਠੀਕ ਹੈ, ਕਰਜ਼ਾ ਤੁਸੀਂ ਲੈਣਾ ਜ਼ਰੂਰ ਲਓ, ਔਰ ਜਿਹੜਾ ਬਣਦਾ ਹੈ ਕਾਨੂੰਨ ਦੇ ਹਿਸਾਬ ਦੇ ਨਾਲ, ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਉਹਨਾਂ ਨੂੰ ਰਾਹਤ ਦੇਣੀ ਵੀ ਉਹ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਜੀ। ਸੋ ਹਰਮੀਤ ਸਿੰਘ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਅਗਰ ਗ੍ਰਿਫਤਾਰੀਆਂ ਹੋਈਆਂ ਤੇ ਅਸੀਂ ਅੰਦੋਲਨ ਕਰਾਂਗੇ ਤੇ ਸਰਕਾਰ ਵਾਅਦਿਆਂ ਮੁਤਾਬਕ ਫੈਸਲਾ ਕਰੇ। ਔਰ ਕਿਰਤ ਕਿਸਾਨ ਯੂਨੀਅਨ ਦੇ ਜਿਹੜੇ ਸਟੇਟ ਦੇ ਪ੍ਰੈਜ਼ੀਡੈਂਟ ਨੇ ਢੁੱਡੀਕੇ, ਨਿਰਭੈ ਸਿੰਘ ਢੁੱਡੀਕੇ, ਉਹਨਾਂ ਵੱਲੋਂ ਵੀ ਇਸੇ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹ ਆਏ ਨੇ ਕਿ ਕਿਸਾਨਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਨੇ ਉਹ ਖਤਮ ਕੀਤੀਆਂ ਜਾਣ। ਔਰ ਇਸ ਮਸਲੇ ਤੇ ਵੱਖ-ਵੱਖ ਕਿਸਾਨ ਸੰਗਠਨ ਮੀਟਿੰਗ ਵੀ ਕਰਨ ਵਾਲੇ ਨੇ। ਔਰ ਮੈਨੂੰ ਇਹ ਲੱਗਦਾ ਕਿ ਹਰਪਾਲ ਚੀਮਾ ਦੇ ਬਿਆਨ ਹੋਣ ਤੋਂ ਬਾਅਦ ਇਹ ਜ਼ਰੂਰ, ਅਗਰ ਵਾਰੰਟ ਜਾਰੀ ਹੁੰਦੇ ਨੇ ਜਾਂ ਗ੍ਰਿਫਤਾਰੀਆਂ ਹੋਣ ਦੀ ਗੱਲ ਹੁੰਦੀ ਹੈ ਤੇ ਉਹਨੂੰ ਰੋਕਿਆ ਜਾਏਗਾ। ਬੜਾ ਜ਼ਰੂਰੀ ਹੈ ਕਿਸਾਨਾਂ ਦੀ ਗੱਲ ਸੁਣੀ ਜਾਵੇ। ਔਰ ਖੇਤੀ ਪ੍ਰਧਾਨ ਅਸੀਂ ਸੂਬੇ ਵਾਲੀ ਸਾਡੀ ਜਿਹੜੀ ਸਰਕਾਰ ਹੈ ਉਹਦੇ ਲਈ ਇਸ ਵਕਤ ਲਾਜ਼ਮੀ ਹੈ ਕਿ ਉਹ ਤੈਅ ਕਰੇ ਕਿ ਅਸੀਂ ਮੁਆਵਜ਼ਾ ਪੰਜਾਬ ਦੇ ਕਿਸਾਨਾਂ ਨੂੰ ਕਿੰਨਾ ਦੇਣਾ। ਬੋਨਸ ਕੇਂਦਰ ਨੇ ਦੇਣਾ, ਸੂਬਾ ਵੀ ਦੇ ਸਕਦਾ, ਪਰ ਮੁਆਵਜ਼ਾ ਵੀ ਦੇਣਾ ਕਿਉਂਕਿ ਫਸਲ ਖਰਾਬ ਹੋਈ ਹੈ। ਦਿੱਲੀ 'ਚ ਕੇਜਰੀਵਾਲ ਦਾ ਮਾਡਲ ਪੰਜਾਬ 'ਚ ਜਿਹੜਾ ਲਾਗੂ ਹੋਣਾ ਸੀ 50,000 ਪ੍ਰਤੀ ਹੈਕਟੇਅਰ ਦਾ, ਅਗਰ ਖਰਾਬਾ ਹੁੰਦਾ ਪੂਰਾ, ਸੋ ਅਗਰ 10 ਤੋਂ 15 ਤੋਂ 20% ਖਰਾਬੀ ਹੁੰਦੀ ਹੈ ਤੇ ਉਹ 50,000 ਪ੍ਰਤੀ ਹੈਕਟੇਅਰ ਦੀ ਦਰ ਦੇ ਹਿਸਾਬ ਨਾਲ ਉਹ ਤੈਅ ਹੋਏਗਾ। ਸੋ ਇਹ ਮੁਆਵਜ਼ਾ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਣਾ ਪੈਣਾ ਹੈ ਕਿਉਂਕਿ ਉਹ ਵੀ ਵਾਅਦਿਆਂ 'ਚ ਸ਼ਾਮਲ ਹੈ, ਭਾਵੇਂ ਗਰੰਟੀਆਂ ਕਹਿ ਲਓ। ਸੋ ਇਸ ਕਰਕੇ ਚੁਣੌਤੀ ਅਰਵਿੰਦ ਕੇਜਰੀਵਾਲ ਅੱਗੇ ਬਹੁਤ ਆਉਣ ਵਾਲੀ ਹੈ ਹਿਮਾਚਲ ਚੋਣਾਂ ਤੋਂ ਪਹਿਲਾਂ। ਔਰ 10 ਜੂਨ ਜਾਂ 20 ਜੂਨ ਤੋਂ ਝੋਨਾ ਸ਼ੁਰੂ ਹੋਣਾ। ਝੋਨੇ ਤੋਂ ਪਹਿਲਾਂ ਜੇ ਕਿਸਾਨਾਂ ਕੋਲੇ ਪੈਸਾ ਨਾ ਆਇਆ ਮੁਆਵਜ਼ੇ ਦਾ ਤੇ 93, 94 ਰੁਪਏ, 95 ਰੁਪਏ ਵਾਲਾ ਡੀਜ਼ਲ ਕਿਸਾਨਾਂ ਤੋਂ ਬਾਲਿਆ ਨਹੀਂ ਜਾਣਾ। ਰੰਧਾਵਾ ਜੀ, ਬਿਜਲੀ ਹੈ ਨਹੀਂ ਮਿਲਣੀ, ਮੈਨੂੰ ਲੱਗਦਾ 8 ਘੰਟੇ ਵੀ ਬਿਜਲੀ ਕਿਸਾਨੀ ਸੈਕਟਰ ਨੂੰ, ਜੋ ਸਥਿਤੀਆਂ ਨੇ, ਤੇ ਡੀਜ਼ਲ ਬਾਲਿਆ ਨਹੀਂ ਜਾਣਾ। ਚਰਨਜੀਤ ਚੰਨੀ ਤਾਂ ਫਿਰ 10-10 ਰੁਪਏ ਡੀਜ਼ਲ ਤੇ ਪੈਟਰੋਲ ਘਟਾ ਕੇ ਸਸਤਾ ਕਰਕੇ ਇਸ਼ਤਿਹਾਰ ਲਵਾ ਗਏ ਸੀ। ਆਮ ਆਦਮੀ ਪਾਰਟੀ ਵਾਲੇ ਇਸ਼ਤਿਹਾਰ ਕਿਵੇਂ ਲਵਾਉਣਗੇ ਜੇ ਡੀਜ਼ਲ ਤੇ ਪੈਟਰੋਲ ਨਾ ਘਟਾਇਆ? ਮੰਗ ਕਰਨਗੇ ਲੋਕ ਡੀਜ਼ਲ ਤੇ ਪੈਟਰੋਲ ਘਟਾਓ ਕਿਉਂਕਿ ਝੋਨਾ ਬੀਜਿਆ ਜਾਣਾ ਬਹੁਤ ਔਖਾ ਹੋ ਜਾਣਾ। ਸੋ ਚੁਣੌਤੀਆਂ ਬਹੁਤ ਵੱਡੀਆਂ ਨੇ। ਔਰ ਸੁਖਬੀਰ ਬਾਦਲ ਦਿੱਲੀ ਗਏ ਸੀ ਪਰਸੋਂ, ਪਰ ਉਹਨਾਂ ਨੇ ਗੱਲ ਬਹੁਤ ਵੱਡੀ ਕਹੀ। ਇਹ ਗੱਲ ਇੱਕ ਨਵਜੋਤ ਸਿੰਘ ਸਿੱਧੂ ਨੇ ਵੀ ਕਹੀ ਜਦੋਂ ਗਵਰਨਰ ਨੂੰ ਮਿਲੇ। ਕਹਿੰਦੇ ਸੁਸ਼ੀਲ ਗੁਪਤਾ ਗਰੰਟੀ ਦੇ ਰਿਹਾ ਹੈ ਰਾਜਸਥਾਨ 'ਚ ਕਿ ਇਹਨੂੰ ਗਰੰਟੀ ਸਮਝੋ ਕਿ ਅਗਰ ਸਾਡੀ ਸਰਕਾਰ ਬਣ ਗਈ 24 'ਚ SYL ਦਾ ਪਾਣੀ ਆਊਗਾ। ਤੇ ਹੁਣ ਮੰਗ ਇਹ ਹੋ ਰਹੀ ਹੈ ਕਿ ਸਾਡੇ ਰਾਜ ਸਭਾ ਦੇ ਮੈਂਬਰ ਚੁੱਪ ਕਿਉਂ ਨੇ, ਕਿਉਂਕਿ ਸੁਸ਼ੀਲ ਗੁਪਤਾ ਵੀ ਰਾਜ ਸਭਾ ਦਾ ਮੈਂਬਰ ਹੈ। ਹੁਣ ਸਿੱਧੂ ਵੀ ਤੇ ਸੁਖਬੀਰ ਵੀ ਪੁੱਛ ਰਹੇ ਨੇ ਕਿ ਸੁਸ਼ੀਲ ਗੁਪਤਾ ਨੇ ਗਰੰਟੀ ਆਪਣੇ ਪੱਧਰ ਤੇ ਦੇਤੀ, ਕਿ ਆਮ ਆਦਮੀ ਪਾਰਟੀ ਦੇ ਲੀਡਰ ਗਰੰਟੀ ਆਪਣੇ ਪੱਧਰ ਤੇ ਦੇ ਸਕਦੇ ਜਾਂ ਕੇਜਰੀਵਾਲ ਨੇ ਗਰੰਟੀ ਦਵਾਈ ਹੈ? ਤੇ ਸਟੈਂਡ ਸਪਸ਼ਟ ਕਰਨ। ਤੇ ਵੈਸੇ ਹੈਰਾਨੀ ਵਾਲੀ ਗੱਲ ਹੈ ਬੜੀ ਰੰਧਾਵਾ ਜੀ, ਪੰਜਾਬ ਦੇ 5 ਰਾਜ ਸਭਾ ਮੈਂਬਰ ਦੇਤੇ ਪੰਜਾਬੀਆਂ ਨੇ ਆਪ ਨੂੰ, 2 ਹੋਰ ਵੀ ਕਹਿੰਦੇ ਉਹਨਾਂ ਦੇ ਬਣ ਜਾਣੇ ਆ। ਸਤਲੁਜ ਯਮੁਨਾ ਲਿੰਕ ਨਹਿਰ ਤੇ ਰਾਜ ਸਭਾ ਮੈਂਬਰਾਂ ਦਾ ਇੱਕ ਵੀ ਬਿਆਨ ਨਹੀਂ ਆਇਆ। ਤੁਹਾਡੇ ਇਹਦੇ ਤੇ ਕਮੈਂਟਸ ਚਾਹਣਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਡੱਲਾ ਜੀ। ਦੇਖੋ, ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹਨਾਂ 5 ਰਾਜ ਸਭਾ ਦੇ ਮੈਂਬਰਸ ਦੀ ਨੋਮੀਨੇਸ਼ਨ ਹੋਈ ਸੀ ਇੱਥੋਂ,
ਜਾਂ ਇੱਥੋਂ ਇਹ ਚੁਣ ਕੇ ਭੇਜੇ ਗਏ ਸੀ। ਇਲੈਕਸ਼ਨ ਵੀ ਤੁਸੀਂ ਕਹਿ ਸਕਦੇ ਹੋ, ਕਿਉਂਕਿ 92 ਜਿਹੜੇ ਆ ਉਹ MLA ਉਹ ਆਮ ਆਦਮੀ ਪਾਰਟੀ ਦੇ ਆ। ਉਸ ਤੋਂ ਬਾਅਦ ਬਹੁਤ ਸਾਰੀ ਨੁਕਤਾਚੀਨੀ ਹੋਈ ਸੀ, ਬਹੁਤ ਆਲੋਚਨਾ ਹੋਈ ਸੀ ਕਿ ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਭੇਜਦੇ ਆ, ਉਹਨਾਂ ਨੂੰ ਤਾਂ ਪੰਜਾਬ ਬਾਰੇ ਕੁਝ ਪਤਾ ਨਹੀਂ। ਜਿਸ ਤਰ੍ਹਾਂ ਸੰਦੀਪ ਪਾਠਕ, ਰਾਘਵ ਚੱਡਾ ਤਾਂ ਵੈਸੇ ਵੀ ਪਹਿਲਾਂ MLA ਸੀ, ਤੁਹਾਨੂੰ ਪਤਾ ਹੀ ਹੈ, ਦਿੱਲੀ ਤੋਂ। ਇਸੇ ਤਰ੍ਹਾਂ ਉੱਥੋਂ ਦੇ ਜਿਹੜੇ ਦਿੱਲੀ ਦਾ ਜਲ ਬੋਰਡ ਆ ਉਹਦੇ ਵਾਈਸ ਪ੍ਰੈਜ਼ੀਡੈਂਟ ਵੀ ਸੀ। ਉਹ ਜ਼ਰੂਰਤ ਨਹੀਂ ਸੀ ਇਹੋ ਜਿਹੀਆਂ ਗੱਲਾਂ ਕਰਨ ਦੀ, ਪਰ ਫਿਰ ਵੀ ਚਲੋ ਉਹਨਾਂ ਨੂੰ ਰਾਜ ਸਭਾ ਲਈ ਨੋਮੀਨੇਟ ਕੀਤਾ ਗਿਆ, ਉਹਨਾਂ ਨੂੰ ਡਿਫੈਂਡ ਵੀ ਕੀਤਾ ਆਮ ਆਦਮੀ ਪਾਰਟੀ ਨੇ। ਉਸ ਤੋਂ ਬਾਅਦ ਅਸ਼ੋਕ ਮਿੱਤਲ ਹੋਣ, ਸੰਜੀਵ ਅਰੋੜਾ ਹੋਣ, ਚਾਹੇ ਹਰਭਜਨ ਸਿੰਘ ਹੋਣ, ਕੀ ਕਿਸੇ ਨੇ ਹਜੇ ਤੱਕ ਪੰਜਾਬ ਦੇ ਹੱਕ ਦੇ ਵਿੱਚ, ਜਿਸ ਤਰ੍ਹਾਂ ਕਹਿੰਦੇ ਹਾਂ ਦਾ ਨਾਰਾ ਮਾਰਿਆ? ਹਜੇ ਕਿਸੇ ਨੇ ਕੋਈ ਗੱਲ ਕੀਤੀ SYL? ਔਰ ਤੁਹਾਡੀ ਗੱਲ ਬਿਲਕੁਲ ਠੀਕ ਆ, ਸੁਸ਼ੀਲ ਗੁਪਤਾ ਜਿਹੜੇ ਰਾਜ ਸਭਾ ਦੇ ਮੈਂਬਰ ਨੇ, ਦਿੱਲੀ ਤੋਂ ਮੈਂਬਰ ਨੇ, ਉਹ ਆ ਕੇ ਹਰਿਆਣੇ ਦੇ ਵਿੱਚ ਬੋਲਦੇ ਆ, SYL ਦੀ ਗੱਲ ਕਰਦੇ ਆ ਔਰ ਕਹਿੰਦੇ ਆ ਕਿ ਅਸੀਂ ਕੰਟੈਂਪਟ ਤੱਕ ਸੁਪਰੀਮ ਕੋਰਟ ਦੇ ਵਿੱਚ ਪਾਵਾਂਗੇ, ਔਰ ਗਾਰੰਟੀ ਦਿੰਦੇ ਆ ਕਿ ਅਸੀਂ SYL ਬਣਾ ਕੇ ਦਿਖਾਵਾਂਗੇ। ਕੀ ਸਾਡਾ ਫਰਜ਼ ਨਹੀਂ ਸੀ ਬਣਦਾ? ਸਾਡੇ ਲੋਕ ਦੇਖੋ, ਮੈਨੂੰ ਬੜੀ ਕਈ ਵਾਰੀ ਹੈਰਾਨੀ ਹੁੰਦੀ ਆ ਜਦੋਂ ਹਰਪਾਲ ਚੀਮਾ ਜਿਹੜੇ ਫਾਈਨੈਂਸ ਮਿਨਿਸਟਰ ਨੇ, ਉਹ ਇਹ ਗੱਲ ਕਹਿੰਦੇ ਵੀ ਇੱਕ ਵੀ ਪਾਣੀ ਦੀ ਬੂੰਦ ਨਹੀਂ ਜਾਣ ਦੇਂਗੇ। ਪਾਣੀ ਤਾਂ ਆਲਰੇਡੀ ਟੱਲਾ ਜੀ ਜਾ ਰਿਹਾ, ਇਹ ਤਾਂ ਹੈ ਨਹੀਂ ਕਿ ਤੁਸੀਂ ਪਾਣੀ ਰੋਕ ਲਓਗੇ। ਇਹ ਜਿਹੜਾ ਰੈਟੋਰਿਕ ਆ ਤਾਂ ਪਰ ਸਵਾਲ ਇਹ ਹੈ, ਹਰਪਾਲ ਚੀਮਾ ਕਹਿੰਦੇ ਅਸੀਂ ਇੱਕ ਵੀ ਪਾਣੀ ਦੀ ਬੂੰਦ ਨਹੀਂ ਜਾਣ ਦੇਵਾਂਗੇ, ਸੁਸ਼ੀਲ ਗੁਪਤਾ ਗਰੰਟੀ ਦੇ ਰਹੇ ਨੇ। ਇਹਦਾ ਮਤਲਬ ਹੈ ਕਿ ਜਿਹੜਾ ਅਸੀਂ ਸੋਚ ਰਹੇ ਸੀ ਬਦਲਾਅ ਵਾਲੀ ਸਿਆਸਤ, ਇਹ ਤਾਂ ਠੀਕ ਉਵੇਂ ਗੱਲ ਹੋ ਗਈ ਜਿਵੇਂ ਹਰਿਆਣੇ ਦੀ BJP ਵਾਲੇ ਕਹੀ ਜਾਂਦੇ ਨੇ ਅਸੀਂ ਨਹਿਰ ਬਣਾਵਾਂਗੇ, ਪੰਜਾਬ ਦੇ BJP ਵਾਲੇ ਕਹੀ ਜਾਂਦੇ ਅਸੀਂ ਪਾਣੀ ਜਾਣ ਨਹੀਂ ਦੇਣਾ, ਹਰਿਆਣੇ ਦੀ ਕਾਂਗਰਸ ਵਾਲੇ ਕਹੀ ਜਾਂਦੇ ਅਸੀਂ ਪਾਣੀ ਲਿਆਵਾਂਗੇ, ਪੰਜਾਬ ਦੇ ਕਾਂਗਰਸ ਵਾਲੇ ਕਹੀ ਜਾਂਦੇ ਅਸੀਂ ਪਾਣੀ ਜਾਣ ਨਹੀਂ ਦੇਣਾ। ਇਹਦਾ ਮਤਲਬ ਹੈ ਜਿਹੜੀ ਰਣਨੀਤੀ ਸਿਆਸਤ ਅਕਾਲੀ ਦਲ, ਕਾਂਗਰਸ, BJP ਨੇ ਕੀਤੀ ਇਸ ਮਸਲੇ ਤੇ, ਉਸੇ ਰਾਹ ਤੇ ਆਮ ਆਦਮੀ ਪਾਰਟੀ ਤੁਰ ਗਈ। ਸੋ ਬਦਲਾਅ ਦਾ ਮਾਡਲ ਇੱਥੇ ਫੇਲ ਹੋ ਗਿਆ। ਮੈਂ ਇਹ ਕਹੂੰਗਾ SYL ਦੇ ਮਸਲੇ ਤੇ ਬਦਲਾਅ ਵਾਲਾ ਮਾਡਲ ਫੇਲ ਹੋ ਗਿਆ ਤੇ ਇਹਦੇ ਤੇ ਸਿਰਫ ਸਿਆਸਤ ਹੀ ਹੋਣੀ ਹੈ ਹੁਣ। ਤੇ ਸਾਡੇ ਰਾਜ ਸਭਾ ਮੈਂਬਰ ਪਤਾ ਨਹੀਂ ਕਦੋਂ ਇਹਦੇ ਤੇ ਕੁਝ ਬੋਲਣਗੇ। ਘੱਟੋ ਘੱਟ ਅਗਰ ਉਹ ਕੁਝ ਬੋਲਣਗੇ ਤੇ ਉਹਨਾਂ ਲੋਕਾਂ ਨੂੰ ਜਵਾਬ ਮਿਲ ਜੂਗਾ ਜਿਹੜੇ ਨਿੰਦਦੇ ਸੀ। ਕਈ ਲੋਕ ਨਿੰਦਦੇ ਸੀ ਰੰਧਾਵਾ ਜੀ ਕਿ ਤੁਸੀਂ ਪੰਜਾਬ ਦੇ ਬੁੱਧੀਜੀਵੀ ਜਾਂ ਆਪਣੇ ਵਲੰਟੀਅਰ, ਆਪਣੇ ਕਿਸਾਨ ਵਿੰਗ ਵਾਲੇ ਹੀ ਭੇਜ ਦਿੰਦੇ ਰਾਜ ਸਭਾ 'ਚ। ਉਦੋਂ ਨਿੰਦਣ ਵਾਲਿਆਂ ਨੂੰ ਆਮ ਆਦਮੀ ਪਾਰਟੀ ਦੇ ਸਮਰਥਕ ਨਿੰਦ ਰਹੇ ਸੀ। ਉਹ ਕਹਿੰਦੇ ਪੁਰਾਣਿਆਂ ਨੇ ਕੀ ਕਰਤਾ, ਤੁਸੀਂ ਨਵਿਆਂ ਦਾ ਕੰਮ ਦੇਖਿਓ। ਸੋ ਮੈਂ ਨਵਿਆਂ ਦਾ ਕੰਮ ਉਡੀਕ ਰਿਹਾ ਵੀ ਨਵੇਂ ਕੰਮ ਕਦੋਂ ਸ਼ੁਰੂ ਕਰਨਗੇ। ਸੋ ਨਵਿਆਂ ਨੂੰ ਵੀ ਕੰਮ ਸ਼ੁਰੂ ਕਰਨ ਦੀ ਬੇਨਤੀ ਹੈ। ਰਾਜ ਸਭਾ ਇੱਕ ਬਹੁਤ ਪ੍ਰੈਸਟੀਜੀਅਸ, ਸਾਡੇ ਲਈ ਉਹ ਵੀ ਇੱਕ ਮੰਦਰ ਸਮਾਨ ਹੈ। ਸੋ ਇਸ ਕਰਕੇ ਜ਼ਰੂਰ ਉਹਨਾਂ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ। ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਉਹ ਬੋਲੇ ਨਹੀਂ, ਉਹ ਰਾਜ ਸਭਾ 'ਚ ਹਜੇ ਵੀ ਰੌਲਾ ਪਾਈ ਜਾ ਰਹੇ ਨੇ, ਉਹ ਗੱਲ ਚੱਕ ਰਹੇ ਨੇ ਰਾਜ ਸਭਾ ਦੇ ਵਿੱਚ। ਸੋ ਚਲੋ ਇਸ ਬਹਿਸ 'ਚ ਆਪਾਂ ਨਹੀਂ ਪੈਂਦੇ। ਆਖਰੀ ਗੱਲ ਨਵਜੋਤ ਸਿੰਘ ਸਿੱਧੂ ਦੀ ਕਰ ਲਈਏ। ਨਵਜੋਤ ਸਿੰਘ ਸਿੱਧੂ ਗਵਰਨਰ ਨੂੰ ਮਿਲੇ, ਇਹਨੂੰ ਕਿਵੇਂ ਵੇਖਦੇ ਹੋ? ਮੁੱਦੇ ਲੈ ਕੇ ਗਏ ਗਵਰਨਰ ਕੋਲੇ, ਪੰਜਾਬ ਦੇ ਲੋਕਾਂ ਨੂੰ ਮੁੱਦੇ ਸਮਝਾਉਣ ਦੀ ਕੋਸ਼ਿਸ਼ ਹੈ ਨਵਜੋਤ ਸਿੰਘ ਸਿੱਧੂ ਦੀ। ਕਾਂਗਰਸ 'ਚ ਕਈ ਲੀਡਰ ਜਾਂ ਵਿਰੋਧੀ ਧਿਰ ਦੇ ਜਿਹੜੇ ਬਾਕੀ ਲੀਡਰ ਨੇ, ਕੀ ਉਹਨਾਂ ਨੂੰ ਵੀ ਇਸ ਤਰੀਕੇ ਦੀ ਪਹਿਰੇਦਾਰੀ ਕਰਨੀ ਪੈਣੀ ਹੈ ਪੰਜਾਬ ਦੀ? ਤੇ ਮੈਨੂੰ ਤਾਂ ਇਹ ਲੱਗਦਾ ਵੀ ਕੀ ਭਗਵੰਤ ਮਾਨ ਨੂੰ ਵੀ ਇਸੇ ਤਰਜ਼ ਤੇ ਪਹਿਰੇਦਾਰੀ ਕਰਨ ਦੀ ਲੋੜ ਹੈ? ਕੀ ਕਹਿਣਾ ਚਾਹੋਗੇ? ਦੇਖੋ ਡੱਲਾ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਬਾਅਦ ਲਗਾਤਾਰ ਸਰਗਰਮ ਦਿਖਾਈ ਦੇ ਰਹੇ ਨੇ, ਹਰ ਮੁੱਦੇ ਤੇ ਖੜਦੇ ਆ। ਔਰ ਮੈਨੂੰ ਲੱਗਦਾ ਕਿਸੇ ਵੀ ਪੰਜਾਬ ਦੇ ਨਾਗਰਿਕ ਨੂੰ ਜਾਂ ਭਾਰਤ ਦੇ ਵੀ ਨਾਗਰਿਕ ਨੂੰ ਕਿਸੇ ਮੁੱਦਿਆਂ ਲਈ ਲੜਨ ਲਈ ਕੋਈ ਅਹੁਦੇ ਦੀ ਲੋੜ ਨਹੀਂ ਹੁੰਦੀ। ਜਦੋਂ ਤੁਸੀਂ ਇਹ ਸੋਚ ਲੈਂਦੇ ਹੋ ਕਿ ਪਹਿਲਾਂ ਮੇਰੇ ਕੋਲ ਅਹੁਦਾ ਹੋਊਗਾ ਤੇ ਫਿਰ ਮੈਂ ਕਿਸੇ ਮੁੱਦੇ ਲਈ ਲੜੂੰਗਾ, ਮੈਨੂੰ ਲੱਗਦਾ ਸ਼ਾਇਦ ਅਹੁਦੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਤੁਹਾਨੂੰ ਮੁੱਦਿਆਂ ਦੀ ਇੰਨੀ ਲੋੜ ਨਹੀਂ ਹੁੰਦੀ। ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ, ਜਿਸ ਤਰ੍ਹਾਂ ਅੱਜ ਤੁਸੀਂ ਗੱਲ ਕੀਤੀ, ਉਹ ਡੈਲੀਗੇਸ਼ਨ ਲੈ ਕੇ ਗਏ ਸੀ, ਨਵਦੀਪ ਚੀਮਾ ਸੀ ਉਹਨਾਂ ਦੇ ਨਾਲ ਹੀ ਅਸ਼ਵਨੀ ਸੇਕੜੀ ਸੀ। ਜਾ ਕੇ ਉਹ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਦੇ ਆ, ਔਰ ਖਾਸ ਤੌਰ ਤੇ ਜਿਹੜੀ ਉਹ ਗੱਲ ਕਹਿੰਦੇ ਆ, ਉਹ ਕਹਿੰਦੇ ਆ ਪੰਜਾਬ ਦਾ ਲਾਅ ਐਂਡ ਆਰਡਰ, ਪੰਜਾਬ ਦੇ ਜਿਹੜੇ ਅਮਨ ਕਾਨੂੰਨ ਆ ਜਾਂ ਅਮਨ ਸ਼ਾਂਤੀ ਆ, ਉਹ ਲਗਾਤਾਰ ਭੰਗ ਹੁੰਦੀ ਜਾ ਰਹੀ ਹੈ। ਇੱਕ ਤਾਂ ਉਹ ਇਹ ਧਿਆਨ 'ਚ ਲੈ ਕੇ ਆਏ। ਦੂਸਰੀ ਗੱਲ ਜਿਹੜੀ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਂਦੀ ਉਹਨਾਂ ਨੇ, ਉਹ ਲੈ ਕੇ ਆਂਦੀ ਬਿਜਲੀ ਦਾ ਸੰਕਟ। ਆਉਣ ਵਾਲੇ ਦਿਨਾਂ 'ਚ ਤੁਸੀਂ ਪਹਿਲਾਂ ਵੀ ਸਪਸ਼ਟ ਕੀਤਾ ਕਿ ਜਿਸ ਤਰ੍ਹਾਂ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ, ਕਿਉਂਕਿ ਉਦੋਂ 8 ਘੰਟੇ ਲਗਾਤਾਰ ਬਿਜਲੀ ਚਾਹੀਦੀ ਹੋਣੀ ਹੈ ਪੰਜਾਬ ਦੇ ਕਿਸਾਨਾਂ ਨੂੰ, ਜਿਹੜੀ ਕਿ ਮਿਲਣੀ ਇਸ ਵਕਤ ਬੜੀ ਮੁਸ਼ਕਲ ਲੱਗ ਰਹੀ ਹੈ। ਔਰ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਕੱਟ ਜਿਹੜੇ ਆ ਉਹ ਲੱਗਣੇ ਸ਼ੁਰੂ ਹੋ ਗਏ, ਇਹ ਆਪਾਂ ਨੂੰ ਪਤਾ। ਔਰ ਸਾਨੂੰ ਇਹ ਵੀ ਪਤਾ ਕਿ ਜਿਹੜੇ ਰਿਜ਼ਰਵ ਆ, ਕੋਲ ਰਿਜ਼ਰਵ ਜਿਹਨਾਂ ਨੂੰ ਅਸੀਂ ਕਹਿੰਦੇ ਆ, ਕੋਲੇ ਦੇ, ਉਹ ਵੀ ਜਿਹੜੇ ਆ ਉਹ ਪੰਜਾਬ ਦੇ
ਕੋਲ ਬਹੁਤ ਘੱਟ ਨੇ, ਲਗਭਗ 7-8 ਦਿਨ ਦੇ ਆ, ਜਿਹੜੇ ਕਿ ਮਹੀਨੇ ਦੇ ਘੱਟੋ ਘੱਟ ਰਿਜ਼ਰਵ ਰਹਿਣੇ ਚਾਹੀਦੇ ਆ। ਇਹ ਸਾਰੀਆਂ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਜਿਹੜੇ ਹੈ ਨਵਜੋਤ ਸਿੰਘ ਸਿੱਧੂ ਨੇ ਜੋ ਖਦਸ਼ੇ ਪ੍ਰਗਟ ਕੀਤੇ, ਉਹ ਵਾਕਿਆ ਲੱਗਦਾ ਮੈਨੂੰ ਉਹ ਪੰਜਾਬ ਦੇ ਜਿਹੜੇ ਮੁੱਦੇ ਨੇ, ਅਸਲੀ ਮੁੱਦੇ ਇਹੀ ਆ। ਹੁਣ ਤੁਸੀਂ ਦੇਖੋ ਇਹਦਾ ਦੂਸਰਾ ਪਹਿਲੂ ਵੀ ਦੇਖੋ, ਮੈਂ ਥੋੜੀ ਕਾਂਗਰਸ ਦੀ ਵੀ ਗੱਲ ਕਰ ਲਾਂ, ਪਰ ਇਹ ਚੀਜ਼ਾਂ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਸੰਦ ਨਹੀਂ ਆ, ਇਹ ਚੀਜ਼ਾਂ ਅਮਰਿੰਦਰ ਸਿੰਘ ਵੜਿੰਗ ਨੂੰ ਨਹੀਂ ਪਸੰਦ ਹੈਗੇ। ਸੁਖਜਿੰਦਰ ਸਿੰਘ ਰੰਧਾਵਾ ਤਾਂ ਅੱਜ ਇਹ ਵੀ ਕਹਿੰਦੇ ਸੁਣੇ ਗਏ ਕਿ ਦੇਖੋ ਕਿਤੇ ਆਪਣਾ ਨਾ ਉਥਾਨ ਕਰੀ ਜਾਣ ਜਾਂ ਆਪਣਾ ਉਭਾਰ ਨਾ ਕਰ ਲੈਣ ਪਾਰਟੀ ਲਈ। ਦੇਖੋ ਜਦੋਂ ਜਾਂਦੇ ਆ, ਨਵਤੇਜ ਚੀਮਾ ਉਹਨਾਂ ਦੇ ਨਾਲ ਆ, ਅਸ਼ਵਨੀ ਸੇਖੜੀ ਉਹਨਾਂ ਦੇ ਨਾਲ ਆ, ਤੇ ਨਵਜੋਤ ਸਿੰਘ ਸਿੱਧੂ ਹਜੇ ਕਾਂਗਰਸ 'ਚ ਹੀ ਆ, ਉਹ ਕਿਸੇ ਵਿਰੋਧੀ ਪਾਰਟੀ 'ਚ ਨਹੀਂ ਆ। ਕਈ ਦਰਜਨ, 1 ਦਰਜਨ ਤੋਂ ਲੈ ਕੇ 15 ਦਰਜਨ ਦੇ ਕਰੀਬ ਐਕਸ ਐਮਐਲਏ, ਕਈ ਉਹ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਚੋਂ ਆਏ ਸੀ ਤੇ ਚੋਣਾਂ ਨਹੀਂ ਲੜੇ, ਉਹ ਤਾਂ ਐਕਸ ਐਮਐਲਏ ਵੀ ਨਹੀਂ, ਉਹ ਮਤਲਬ ਹਾਰੇ ਨਹੀਂ, ਹੋ ਤਾਂ ਐਕਸ ਐਮਐਲਏ ਗਏ, ਉਹਨਾਂ ਦਾ ਟਰਮ ਪੂਰਾ ਹੋ ਗਿਆ। ਸੋ 15-20 ਦੇ ਕਰੀਬ ਅਜਿਹੇ ਲੋਕ ਹੋਰ ਵੀ ਸੀ, ਕੋਈ ਸਾਬਕਾ ਚੇਅਰਮੈਨ, ਮਤਲਬ ਕਾਫੀ ਵੱਡਾ ਕਾਫਲਾ ਸੀ, ਜਿਸ ਤਰ੍ਹਾਂ ਦੀਆਂ ਤਸਵੀਰਾਂ ਮੈਂ ਉੱਥੇ ਦੇਖੀਆਂ। ਜੀ ਬਿਲਕੁਲ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਸੋ ਇਸ ਕਰਕੇ ਸਿਰਫ ਤੁਸੀਂ ਇੱਕ ਵਿਅਕਤੀ ਨੂੰ ਟਾਰਗੇਟ ਕਰੀ ਜਾਓ। ਟਾਰਗੇਟ ਤਾਂ ਤੁਹਾਨੂੰ ਕਰਨਾ ਚਾਹੀਦਾ, ਅੱਜ ਦੀ ਜਿਹੜੀ ਸਰਕਾਰ ਆ, ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੋਈ ਹੈ, ਜੇ ਉਹ ਕੋਈ ਕੁਤਾਹੀ ਕਰਦੀ ਆ ਜਾਂ ਕੰਮ ਆਪਣਾ ਚੰਗੇ ਢੰਗ ਨਾਲ ਨਹੀਂ ਕਰਦੀ, ਤੇ ਟਾਰਗੇਟ ਤਾਂ ਉਹਨੂੰ ਕਰਨਾ ਚਾਹੀਦਾ, ਬਜਾਏ ਉਸ ਸਰਕਾਰ ਦੇ ਕੰਮਕਾਰ ਨੂੰ ਲੈ ਕੇ ਉਹਨਾਂ ਤੇ ਕੋਈ ਪ੍ਰਸ਼ਨ ਖੜੇ ਕਰਨ ਦਾ। ਉਹ ਨਵਜੋਤ ਸਿੰਘ ਸਿੱਧੂ ਤੇ ਪ੍ਰਸ਼ਨ ਕਰੀ ਜਾ ਰਹੇ ਆ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਜ਼ਿਆਦਾ ਚਿੰਤਾ, ਪੰਜਾਬ ਦੀ ਚਿੰਤਾ ਥੋੜੀ ਘੱਟ ਲੱਗਦੀ ਹੈ। ਇਸੇ ਤਰ੍ਹਾਂ ਦਾ ਲਗਭਗ ਰਵੱਈਆ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ 'ਚ ਵੀ ਦੇਖਦੇ ਹਾਂ। ਸੋ ਮੈਨੂੰ ਲੱਗਦਾ ਕਾਂਗਰਸ ਦੀ ਉਹੀ ਲਗਭਗ ਪ੍ਰਸਥਿਤੀਆਂ ਨੇ ਜਿਹੜੀਆਂ ਚੋਣਾਂ ਤੋਂ ਪਹਿਲਾਂ ਸੀ, ਹੁਣ ਵੀ ਉਸੇ ਤਰ੍ਹਾਂ ਦੀਆਂ ਬਣੀਆਂ ਹੋਈਆਂ। ਜੇ ਕੋਈ ਕੰਮ ਨਹੀਂ ਕਰਦਾ ਤਾਂ ਆਲੋਚਨਾ, ਤੇ ਜੇ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਆਲੋਚਨਾ। ਇਹਨਾਂ ਨੇ ਆਲੋਚਨਾ ਕਰੀ ਹੋਈ ਜਾਣੀ ਹੈ। ਜੀ, ਮੈਂ ਪਿਛਲੇ ਸਮਿਆਂ 'ਚ ਦੇਖਦਾ ਸੀ, ਆਮ ਆਦਮੀ ਪਾਰਟੀ ਵਾਲੇ ਵੀ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦਿੰਦੇ ਸੀ, ਉਹਨਾਂ ਨੇ ਵੀ ਬਹੁਤ ਮੰਗ ਪੱਤਰ ਦਿੱਤੇ, ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜੀ। ਨਵਜੋਤ ਸਿੰਘ ਸਿੱਧੂ ਨੇ ਜਿਹੜਾ ਹੁਣ ਮੰਗ ਪੱਤਰ ਦਿੱਤਾ ਹੈ, ਜਾਂ ਮੈਂ ਸਧਾਰਨ ਤੁਹਾਡੇ ਨਾਲ ਗੱਲ ਕਰਾਂ, ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ, ਜਦੋਂ ਪੋਲੀਟੀਕਲ ਪਾਰਟੀਆਂ ਦੇ ਲੋਕ, ਲੀਡਰ ਜਾਂ ਆਮ ਅਵੇਅਰ ਲੋਕ ਮੰਗ ਪੱਤਰ ਦਿੰਦੇ ਨੇ ਗਵਰਨਰਾਂ ਨੂੰ ਕਿਸੇ ਵੀ ਸੂਬੇ ਦੀਆਂ ਦਿੱਕਤਾਂ ਬਾਰੇ, ਸਮੱਸਿਆਵਾਂ ਬਾਰੇ, ਉਹਦੇ ਨਾਲ ਕਿਸੇ ਤਰ੍ਹਾਂ ਦਾ ਫਰਕ ਪੈਂਦਾ? ਜੇ ਪੈਂਦਾ ਤੇ ਉਹ ਕਿੱਥੇ ਤੇ ਕਿਵੇਂ ਪੈਂਦਾ? ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਦੋਂ ਵੀ ਦੇਖੋ, ਜਿਹੜੇ ਗਵਰਨਰ ਹੁੰਦੇ ਨੇ ਉਹ ਸੈਂਟਰ ਸਰਕਾਰ ਦੇ ਨੁਮਾਇੰਦੇ ਹੁੰਦੇ ਨੇ, ਠੀਕ ਹੈ। ਉਹ ਸੈਂਟਰ ਸਰਕਾਰ ਤੇ ਉਸ ਸੂਬੇ ਦੇ ਵਿੱਚ ਇੱਕ ਤਰ੍ਹਾਂ ਦਾ ਸੰਪਰਕ ਹੁੰਦੇ ਨੇ। ਇਹ ਜਿੰਨੇ ਵੀ ਮੰਗ ਪੱਤਰ ਆ, ਇਹ ਜ਼ਰੂਰ ਜਿਹੜੇ ਆ ਉਹ ਸੈਂਟਰ ਸਰਕਾਰ ਕੋਲੇ ਜਾਂਦੇ ਆ, ਹੋਮ ਮਿਨਿਸਟਰੀ ਕੋਲੇ ਜਾਂਦੇ ਆ, ਉਹਨਾਂ ਤੇ ਇਹਨਾਂ ਚੀਜ਼ਾਂ ਦੇ ਸਾਰੇ ਤੇ ਵਿਚਾਰ ਵੀ ਹੁੰਦਾ। ਹੁਣ ਤੁਸੀਂ ਅੱਜ ਹੀ ਭਾਜਪਾ ਨੇ ਇੱਕ ਚਿੱਠੀ ਵੀ ਲਿਖੀ ਹੈ, ਉਹ ਗ੍ਰਹਿ ਮੰਤਰੀ ਨੂੰ ਲਿਖੀ ਹੈ। ਜਦੋਂ ਇਹ ਚੀਜ਼ਾਂ ਉੱਥੇ ਜਾਣਗੀਆਂ, ਇਹਨਾਂ ਤੇ ਵਿਚਾਰ ਵਟਾਂਦਰਾ ਹੋਊਗਾ, ਕਿਤੇ ਨਾ ਕਿਤੇ ਸਾਰਿਆਂ ਦੀ ਨਜ਼ਰ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਜਾਂ ਜਿਹੜੀਆਂ ਬਾਕੀ ਪ੍ਰਸਥਿਤੀਆਂ ਉਹਨਾਂ ਤੇ ਜ਼ਰੂਰ ਰਹੇਗੀ। ਔਰ ਇਹ ਵੀ ਗੱਲ ਲੱਗੇਗੀ ਕਿ ਕਿਤੇ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਆ ਜਾਂ ਉੱਥੋਂ ਦਾ ਤੰਤਰ ਆ, ਉਹ ਕਿਤੇ ਆਪਣੇ ਨਾਗਰਿਕਾਂ ਦੇ ਨਾਲ ਜਾਂ ਆਪਣੇ ਇੱਥੋਂ ਦੇ ਲੋਕਾਂ ਦੇ ਨਾਲ ਕੋਈ ਧੱਕਾ ਤਾਂ ਨਹੀਂ ਕਰ ਰਹੇ, ਜਾਂ ਕੀ ਸਾਰਾ ਕੁਝ ਉੱਥੇ ਠੀਕ ਹੈ। ਇਹ ਚੀਜ਼ਾਂ ਤਾਂ ਵਿਚਾਰੀਆਂ ਜਾਂਦੀਆਂ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮੰਗ ਪੱਤਰ ਜਦੋਂ ਦੇਣੇ ਹੁੰਦੇ ਆ, ਕੋਈ ਐਵੇਂ ਉਹ ਜਾਇਆ ਨਹੀਂ ਜਾਂਦੇ, ਕਿਤੇ ਨਾ ਕਿਤੇ ਜਾ ਕੇ ਉਹ ਕੰਸੀਡਰ ਜ਼ਰੂਰ ਹੁੰਦੇ ਆ। ਹਾਂ, ਇਹ ਹੋ ਸਕਦਾ ਕਿ ਉਹਨਾਂ ਤੇ ਕੋਈ ਇਮੀਡੀਏਟ ਐਕਸ਼ਨ ਨਾ ਹੋਵੇ ਜਾਂ ਬਹੁਤ ਜਲਦੀ ਨਾ ਹੋਵੇ, ਪਰ ਕਿਤੇ ਨਾ ਕਿਤੇ ਸਰਕਾਰ ਤੇ ਇਸ ਚੀਜ਼ ਦਾ ਪ੍ਰਭਾਵ ਜ਼ਰੂਰ ਪੈਂਦਾ, ਖਾਸ ਤੌਰ ਤੇ ਖਬਰਾਂ ਚ ਆਉਂਦਾ, ਕੇਂਦਰ ਸਰਕਾਰ ਕੋਲੇ ਜਾਂਦਾ, ਤੇ ਫਿਰ ਇੱਕ ਚਰਚਾ ਦਾ ਵਿਸ਼ਾ ਤਾਂ ਉਹ ਜ਼ਰੂਰ ਬਣਦੇ ਨੇ। ਜੀ, ਬਿਲਕੁਲ ਠੀਕ ਹੈ। ਸੋ ਜਿਹੜਾ ਜ਼ਖਮ ਹੈ ਉਹ ਲੁਕਵਾ ਨਹੀਂ ਰਹਿੰਦਾ, ਸੋ ਪਤਾ ਲੱਗ ਜਾਂਦਾ ਹੈ ਵੀ ਦਿੱਕਤ ਕਿੱਥੇ ਆ ਰਹੀ ਹੈ ਸੂਬੇ 'ਚ। ਸੋ ਆਸ ਕਰਾਂਗੇ ਕਿ ਪੰਜਾਬ ਸਰਕਾਰ ਨੂੰ ਵੀ ਜਿਹੜੀਆਂ ਦਿੱਕਤਾਂ ਨੇ, ਕੇਂਦਰ ਉਹਨਾਂ ਦਾ ਹੱਲ ਕਰੇ, ਕਿਉਂਕਿ ਪੰਜਾਬ ਸਰਕਾਰ ਨੂੰ ਵਿੱਤੀ ਸੰਕਟ ਹੈ। ਪਰ ਪਿਛਲੇ ਸਮਿਆਂ ਦੇ ਵਿੱਚ ਵੀ ਪੰਜਾਬ ਦੀ ਇੰਡਸਟਰੀ ਵੀ, ਪੰਜਾਬ ਦੀਆਂ ਸਰਕਾਰਾਂ ਵੀ, ਇੱਥੋਂ ਤੱਕ ਕਿ ਮਨਮੋਹਨ ਸਿੰਘ ਦੇ ਰਾਜ ਵੇਲੇ ਵੀ ਕਾਂਗਰਸ ਦੇ ਲੀਡਰ ਇਹ ਮੰਗਦੇ ਰਹੇ ਕਿ ਡਾਕਟਰ ਮਨਮੋਹਨ ਸਿੰਘ ਜੀ ਪੰਜਾਬ ਨੂੰ ਵਿੱਤੀ ਪੈਕੇਜ ਦੇ ਦਿਓ। ਮਨਮੋਹਨ ਸਿੰਘ ਉਹਨਾਂ ਨੇ ਦੇਸ਼ ਵੀ ਚੰਗਾ ਚਲਾਇਆ, ਆਰਥਿਕਤਾ ਚੰਗੀ ਚਲਾਈ, ਕੋਈ ਮਜਬੂਰੀ ਰਹੀ ਹੋਣੀ ਹੈ, ਪੰਜਾਬ ਨੂੰ ਮਨਮੋਹਨ ਸਿੰਘ ਕੋਈ ਵੱਡਾ ਆਰਥਿਕ ਪੈਕੇਜ ਨਹੀਂ ਦੇ ਸਕੇ। ਪਰ ਸੂਬਾ ਪੰਜਾਬ ਹੈ ਜਿਹੜਾ, ਉਹ ਭਾਵੇਂ ਕਾਂਗਰਸ ਦਾ ਰਾਜ ਰਿਹਾ, ਭਾਵੇਂ ਅਕਾਲੀ ਦਲ ਦਾ, ਭਾਜਪਾ ਦਾ, ਜਾਂ ਦੇਵੇ ਗੌੜਾ ਸਾਹਿਬ ਦੀ ਸਰਕਾਰ, ਜਾਂ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ, ਪੰਜਾਬ ਕਿਤੇ ਨਾ ਕਿਤੇ ਕੇਂਦਰ ਦੀ ਜਿਹੜੀ, ਜਿਹਨੂੰ ਕਹਿੰਦੇ ਨੇ ਮਿੱਠੀ ਨਜ਼ਰ ਤੋਂ ਜ਼ਿਆਦਾ ਲਾਭ ਨਹੀਂ ਹਾਸਲ ਕਰ ਸਕਿਆ। ਕੇਂਦਰ ਦੀਆਂ ਨਜ਼ਰਾਂ ਪੰਜਾਬ ਲਈ ਮਿੱਠੀਆਂ ਰਹੀਆਂ, ਲੇਕਿਨ ਪੰਜਾਬ ਲਈ ਕੇਂਦਰ ਦੇ ਦਰਵਾਜ਼ੇ ਖਜ਼ਾਨੇ ਵਾਲੇ ਖੁੱਲੇ ਨਹੀਂ। ਜੇਤਲੀ ਸਾਹਿਬ ਦੁਨੀਆ 'ਚ ਨਹੀਂ,
ਸੁਖਬੀਰ ਬਾਦਲ ਨੇ ਬਹੁਤ ਯਤਨ ਕੀਤੇ ਕਿ ਦਿੱਲੀੋਂ ਟਰੱਕ ਪੰਜਾਬ 'ਚ ਆਇਆ ਕਰਨਗੇ ਭਰ ਕੇ, ਤੇ ਉਹ ਵੀ ਅਸੀਂ ਦੇਖ ਨਹੀਂ ਸਕੇ ਆਪਣੀਆਂ ਅੱਖਾਂ ਦੇ ਨਾਲ। ਅਗਰ ਉਹ ਸਥਿਤੀਆਂ ਬਣ ਜਾਂਦੀਆਂ ਤੇ ਸ਼ਾਇਦ ਅੱਜ ਪੰਜਾਬ 'ਚ ਸਥਿਤੀ ਨਾ ਹੁੰਦੀ, ਕਿਉਂਕਿ ਬਿਜਲੀ ਦੇ ਸੰਕਟ ਲਈ ਵੀ ਪੈਸਾ ਜ਼ਿੰਮੇਦਾਰ ਹੈ, ਕਿਸਾਨਾਂ ਦੇ ਸੰਕਟ ਲਈ ਵੀ ਪੈਸਾ ਜ਼ਿੰਮੇਦਾਰ ਹੈ, ਪਾਣੀ ਘਟ ਰਿਹਾ ਤੇ ਪੈਸਾ ਜ਼ਿੰਮੇਦਾਰ ਹੈ, ਹਰ ਚੀਜ਼ ਦੇ ਲਈ ਜ਼ਿੰਮੇਦਾਰ ਪੈਸਾ ਹੈ। ਤੇ ਨਵਜੋਤ ਸਿੰਘ ਸਿੱਧੂ ਲਗਾਤਾਰ ਅੰਗਰੇਜ਼ੀ ਦਾ ਸ਼ਬਦ ਵਰਤਦੇ ਨੇ ਕਿ ਇਨਕਮ ਵਾਲਾ ਮਾਡਲ, ਸਾਨੂੰ ਇਨਕਮ ਬਣਾਉਣੀ ਪੈਣੀ। ਸੋ ਪੰਜਾਬ 'ਚ ਦੇਖੋ ਕਦੋਂ ਪੈਸਾ ਬਣਨਾ ਸ਼ੁਰੂ ਹੁੰਦਾ। ਲੀਡਰਾਂ ਨੇ ਪਹਿਲਾਂ ਸਮਿਆਂ 'ਚ ਪੈਸੇ ਬਹੁਤ ਬਣਾਏ ਨੇ, ਸੋ ਪੰਜਾਬ ਲਈ ਪੈਸਾ ਜਦੋਂ ਬਣਨਾ ਸ਼ੁਰੂ ਹੋ ਗਿਆ ਉਦੋਂ ਮੈਨੂੰ ਲੱਗਦਾ ਗੱਲਾਂ ਜਾ ਕੇ ਠੀਕ ਹੋਣਗੀਆਂ। ਬਾਕੀ ਸਿਆਸਤ 'ਚ ਹਰ ਪਾਰਟੀ ਦਾ ਆਪਣਾ ਕੰਮ ਕਰਨ ਦਾ ਤਰੀਕਾ ਹੈ, ਆਮ ਆਦਮੀ ਪਾਰਟੀ ਦਾ ਆਪਣਾ ਤਰੀਕਾ ਹੈ, ਲੋਕਾਂ ਦਾ ਵਖਰੇਵਾਂ ਹੋ ਸਕਦਾ ਕੇਜਰੀਵਾਲ ਦੇ ਜਿਹੜੇ ਕੰਮ ਕਰਨ ਦੇ ਤੌਰ ਤਰੀਕੇ ਨੇ ਪੰਜਾਬ 'ਚ ਕਾਫੀ ਪੱਧਰ ਤੇ ਸੁਧਾਰ ਕਰ ਜਾਣ। ਕੁਝ ਸੁਧਾਰ ਹੁੰਦੇ ਅਸੀਂ ਵੇਖੇ ਵੀ ਨੇ। ਹਰ ਸਰਕਾਰ ਕੁਝ ਨਾ ਕੁਝ ਚੰਗੇ ਫੈਸਲੇ ਵੀ ਕਰਦੀ ਹੈ ਤੇ ਹੌਲੀ ਹੌਲੀ ਉਹਨਾਂ ਫੈਸਲਿਆਂ ਦਾ ਅਸੀਂ ਕੱਪੜ ਛਾਣ ਕਰਦੇ ਰਵਾਂਗੇ। ਸੋ ਚੰਗੀਆਂ ਗੱਲਾਂ ਵੀ ਲਿਆਵਾਂਗੇ ਤੇ ਜਿੱਥੇ ਨੁਕਤਾਚੀਨੀ ਬਣਦੀ ਹੈ ਨੁਕਤਾਚੀਨੀ ਵੀ ਕਰਾਂਗੇ, ਕਿਉਂਕਿ ਸਾਡੇ ਲਈ ਪੰਜਾਬ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਪੰਜਾਬ ਹਮੇਸ਼ਾ ਜੁਗਾਂ ਤੋਂ ਖੜਾ ਹੈ ਤੇ ਖੜਾ ਰਹਿਣਾ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਰੰਧਾਵਾ ਜੀ, ਕੱਲ ਫਿਰ ਮੁਲਾਕਾਤ ਹੋਈ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਥੈਂਕ ਯੂ ਸਰ, ਥੈਂਕ ਯੂ।